ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ, ਪਾਤਸ਼ਾਹ ਦਰਵੇਸ਼ ਨਦਰ ਕਰਨੀ ਮਹਾਰਾਜ, ਪਿਤਾ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ, ਵਾਸੀ ਅਨੰਦਪੁਰ ਸਾਹਿਬ ਦੇ। ਧੰਨ ਗੁਰੂ ਨਾਨਕ ਸਾਹਿਬ ਹਜ਼ੂਰ, ਹਵਾਏ ਬੰਦਗੀ ਅਵਰ ਦਰ ਵਜੂਦ ਮਰਾ, ਵਗਰਨਾ ਜ਼ੌਕੇ ਚੁਨੀ ਆਮਦਨ ਨਮੂਦ ਮਰਾ। ਆਉਣ ਦਾ ਕੀ ਲਾਭ ਹੈ ਅਗਰ ਬੰਦਗੀ ਨਾ ਹੋਏ ਜੀਵਨ ਵਿੱਚ ਮਹਾਰਾਜ। ਕਿਰਪਾ ਕਰਨੀ ਨਦਰ ਕਰਨੀ ਹਜ਼ੂਰ। ਸੁਰਤ ਸ਼ਬਦ ਭਵ ਸਾਗਰ ਤਰੀਏ, ਨਾਨਕ ਨਾਮ ਵਖਾਣੇ। ਨਦਰ ਕਰੋ ਮਹਾਰਾਜ, ਕਿਰਪਾ ਕਰੋ ਹਜ਼ੂਰ। ਸਿੱਧਗੋਸ਼ ਦੀ ਬਾਣੀ ਦਾ ਧਿਆਨ, ਸ਼ਬਦ ਸੁਰਤ ਵਿਚਾਰ ਆਪ ਨੇ ਕਿਰਪਾ ਨਾਲ ਬਖਸ਼ਣਾ ਹੈ ਮਹਾਰਾਜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਕੁਝ ਸਮੇਂ ਤੋਂ ਸਿੱਧਗੋਸ਼ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ। ਅੱਜ ਅਸੀਂ 69 ਪੌੜੀ ਤੇ ਪਹੁੰਚ ਗਏ। ਇਸ ਬਾਣੀ ਦੇ ਕੁਝ ਪਦੇ ਬਚੇ ਹਨ। ਗੁਰੂ ਸਾਹਿਬ ਦੀ ਇਹ ਬਾਣੀ 3 ਸਥਾਨਾਂ ਤੇ ਦਰਜ ਹੋਈ ਹੈ। ਇਹ ਵਾਰਤਾਲਾਪ ਸਿੱਧ ਯੋਗੀਆਂ ਔਰ ਗੁਰੂ ਨਾਨਕ ਸਾਹਿਬ ਦੇ ਵਿੱਚ ਦਾ ਹੈ, ਜਿਹੜਾ ਹਜ਼ੂਰ ਨੇ ਆਪਣੇ ਆਪ ਦਰਜ ਕਰਕੇ ਕੰਪੋਜ਼ ਕੀਤਾ ਉਹਨਾਂ ਦੇ ਜੀਵਨ ਦੇ ਆਖਰੀ ਸਾਲ ਵਿੱਚ। 4 ਸਥਾਨਾਂ ਤੇ ਇਹ ਵਾਰਤਾਲਾਪ ਹੋਈ ਹੈ। ਨਾਨਕ ਮਤਾ, ਰੀਠਾ ਸਾਹਿਬ, ਸੁਮੇਰ ਪਰਬਤ ਔਰ ਫਿਰ ਅਚਲ ਬਟਾਲੇ, 21 ਕਿਲੋਮੀਟਰ ਦੂਰ ਕਰਤਾਰਪੁਰ ਤੋਂ। ਫਰਵਰੀ ਮਾਰਚ ਦੇ ਵਿੱਚ ਸ਼ਿਵਰਾਤ ਦੇ ਮੇਲੇ ਵਿੱਚ ਸਾਹਿਬ ਅਚਲ ਬਟਾਲੇ ਪਹੁੰਚ ਗਏ ਹਨ, ਆਪਣੇ ਜੀਵਨ ਦੇ ਅਖੀਰਲੇ ਸਾਲ ਵਿੱਚ, ਸਰੀਰਕ ਜੀਵਨ ਦੇ। ਗੁਰੂ ਦਾ ਕੋਈ ਅੰਤ ਨਹੀਂ ਹੈ, ਗੁਰੂ ਸਦਾ ਹੈ। ਮਹਾਰਾਜ ਨੇ ਇਸ ਬਾਣੀ ਵਿੱਚ ਬਹੁਤ ਗਹਿਨ ਸਪਿਰਿਚੁਅਲ ਇਸ਼ੂਜ਼ ਟੱਚ ਕੀਤੇ ਹਨ। ਗੁਰੂ ਕੌਣ ਹੈ, ਮਨ ਨੂੰ ਕਿਵੇਂ ਸੰਭਾਲਣਾ ਹੈ, ਮਨ ਦੀਆਂ ਇਕਾਗਰਤਾ ਦੀ ਕੀ ਨਿਸ਼ਾਨੀ ਹੈ, ਸਵਾਸ ਦਾ ਕੀ ਰਿਲੇਸ਼ਨਸ਼ਿਪ ਹੈ ਇਸ ਕਮਾਈ ਨਾਲ, ਕਿਵੇਂ ਅਸੀਂ ਆਪਣੇ ਆਪ ਨੂੰ ਜਾਣਨਾ ਹੈ, ਕੀ ਐਫਰਟ ਅਸੀਂ ਕਰਨਾ ਹੈ, ਦੁਨੀਆ ਕਿੱਥੋਂ ਸ਼ੁਰੂ ਹੁੰਦੀ ਹੈ, ਹਉਮੈ ਦਾ ਕੀ ਰੋਲ ਹੈ ਜੀਵਨ ਵਿੱਚ, ਕਿਵੇਂ ਇੱਥੋਂ ਜਿੱਤ ਕੇ ਜਾਣਾ ਹੈ ਔਰ ਕੌਣ ਇੱਥੇ ਹਾਰ ਕੇ ਜਾਂਦਾ ਹੈ, ਕਿਹੜਾ ਐਟੀਟਿਊਡ ਜੀਵਨ ਦਾ ਹੈ ਜਿਹਦੇ ਨਾਲ ਅਸੀਂ ਜੀਵਨ ਨੂੰ ਜਾਣ ਸਕਦੇ ਹਾਂ ਔਰ ਜਿਵੇਂ ਗੁਰੂ ਕਹਿੰਦੇ ਹਨ ਪਾਰ ਉਤਰ ਸਕਦੇ ਹਾਂ। ਇਹ ਦਰਦਨਾਕ ਸਮਾਂ ਹੈ ਜਦੋਂ ਅਸੀਂ ਇਸ ਬਾਣੀ ਨੂੰ ਵਿਚਾਰਦੇ ਹਾਂ, ਪਰ ਇਹ ਜਗਣ ਦਾ ਸਮਾਂ ਵੀ ਹੈ, ਜਦੋਂ ਮੌਤ ਸਾਨੂੰ ਦੱਸ ਰਹੀ ਹੈ ਕਿ ਜੀਵਨ ਸਦਾ ਲਈ ਨਹੀਂ ਹੈ। ਇਹ ਸਰੀਰਿਕ ਓਪਰਚੁਨਿਟੀ ਹੈ, ਇੱਕ ਮੌਕਾ ਹੈ ਮਹਾਰਾਜ। ਗੁਰੂ ਅਰਜਨ ਸਾਹਿਬ ਨੇ ਕਿਵੇਂ ਪਿਆਰ ਨਾਲ ਸਮਝਾਇਆ ਹੈ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਗੁਰੂ ਕਹਿ ਰਹੇ ਹਨ ਇੱਕ ਮੌਕਾ ਮਿਲਿਆ ਹੈ, ਸਰੀਰ ਮਿਲਿਆ, ਇੱਕ ਕਿਸ਼ਤੀ ਜਿਹੀ ਮਿਲੀ ਹੈ ਜਿਹਦੇ ਨਾਲ ਨਦੀ ਦੇ ਪਾਰ ਜਾਇਆ ਜਾ ਸਕਦਾ ਹੈ। ਪਰ ਜੇ ਅਸੀਂ ਉਸ ਕਿਸ਼ਤੀ ਨੂੰ ਸੰਭਾਲ ਕੇ ਨਹੀਂ ਚਲਾਵਾਂਗੇ ਤਾਂ ਬਹਿ ਜਾਵਾਂਗੇ, ਦਰਿਆ ਦੇ ਕਰੰਟ ਦੇ ਵਿੱਚ ਬਹਿ ਜਾਵਾਂਗੇ, ਉਸ ਪਾਰ ਨਹੀਂ ਜਾ ਪਾਵਾਂਗੇ। ਇਹੀ ਤਾਂ ਹੋ ਰਿਹਾ ਹੈ ਜੀਵਨ ਵਿੱਚ। ਮੈਂ ਬਹਿੰਦਾ ਜਾ ਰਿਹਾ ਹਾਂ, ਜੋ ਕੁਝ ਹੋ ਰਿਹਾ ਹੈ ਬਾਹਰ ਉਹ ਮੈਨੂੰ ਖਿੱਚਦਾ ਜਾਂਦਾ ਹੈ, ਜਿੱਧਰ ਉਹ ਖਿੱਚਦਾ ਜਾਂਦਾ ਹੈ ਉਸ ਤਰ੍ਹਾਂ ਮੈਂ ਟੁਰਦਾ ਜਾਂਦਾ ਹਾਂ। ਮੈਨੂੰ ਨਹੀਂ ਪਤਾ ਕਿ ਦਰਅਸਲ ਜੀਵਨ ਕੀ ਹੈ।
ਮੈਨੂੰ ਨਹੀਂ ਪਤਾ ਮੈਂ ਠੀਕ ਹਾਂ ਕਿ ਗਲਤ ਹਾਂ, ਜਾਣਦਾ ਇਹ ਹਾਂ ਕਿ ਮੈਂ ਠੀਕ ਹਾਂ, ਸੋਚਦਾ ਇਹ ਹਾਂ ਮੈਂ ਠੀਕ ਹਾਂ, ਪਰ ਉਹ ਟੱਚ ਸਟੋਨ ਕਿਹੜਾ ਹੈ? ਕਿਸ ਰੈਫਰੈਂਸ ਪੁਆਇੰਟ ਤੋਂ ਮੈਂ ਚੈੱਕ ਕਰਾਂਗਾ ਕਿ ਮੈਂ ਐਬਸੋਲੂਟ ਦੇ ਵਿਊ ਵਿੱਚ ਸਹੀ ਹਾਂ ਕਿ ਨਹੀਂ? ਐਬਸੋਲੂਟ ਤੋਂ ਭਾਵ ਕੀ ਹੈ? ਜੀਵਨ ਦੇ ਪੂਰੇ ਪਰਸਪੈਕਟਿਵ ਵਿੱਚ। ਜੀਵਨ ਦਾ ਪੂਰਾ ਪਰਸਪੈਕਟਿਵ ਕੀ ਹੈ ਮਹਾਰਾਜ? ਜਦੋਂ ਅਸੀਂ ਜੀਵਨ ਨੂੰ ਔਰ ਮੌਤ ਨੂੰ ਦੋਨੋਂ ਇਕੱਠਾ ਦੇਖਾਂਗੇ ਤਾਂ ਪੂਰਾ ਜੀਵਨ ਸਾਨੂੰ ਦਿਖਣਾ ਸ਼ੁਰੂ ਹੋ ਜਾਂਦਾ ਹੈ। ਇੱਕ ਦਿਨ ਜਾਣਾ ਹੈ ਇੱਥੋਂ, ਉਹਦੀ ਕੀ ਤਿਆਰੀ ਕੀਤੀ ਹੈ? ਇੱਕ ਦਿਨ ਬੁਲਾਵਾ ਆ ਜਾਏਗਾ, ਮੇਰੀ ਪੋਟਲੀ ਤਿਆਰ ਹੈ ਕਿ ਨਹੀਂ? ਫਿਰ ਕਿਧਰ ਜਾਣਾ ਹੈ ਉਹਦਾ ਕੋਈ ਗਿਆਨ ਹੈ, ਕੋਈ ਨਕਸ਼ਾ ਹੈ? ਅਸੀਂ ਕਿਸੇ ਦੇਸ਼ ਨੂੰ ਘੁੰਮਣ ਜਾਂਦੇ ਹਾਂ ਤਾਂ ਉਹਦਾ ਹੋਮਵਰਕ ਕਰਦੇ ਹਾਂ, ਕਿਧਰ ਰਵਾਂਗੇ, ਕਿਹੜੀ ਚੀਜ਼ਾਂ ਦੇਖਾਂਗੇ, ਕਿੱਥੇ ਘੁੰਮਾਂਗੇ, ਕਿਤਨੇ ਪੈਸੇ ਲੱਗਣੇ ਹਨ, ਪੂਰੀ ਤਿਆਰੀ ਕਰਦੇ ਹਾਂ। 15 ਦਿਨ 20 ਦਿਨ ਦਾ ਵੀ ਸਮਾਂ ਨਹੀਂ ਹੈ ਜਿਹਦੇ 'ਚ ਅਸੀਂ ਸੈਰ ਕਰਨ ਜਾਂਦੇ ਹਾਂ, ਪਰ ਇਹ ਤਾਂ ਸਮੇਂ ਤੋਂ ਪਰੇ ਦੀ ਸੈਰ ਤੇ ਜਾਣ ਲੱਗੇ ਹਾਂ। ਉਸ ਦੇਸ਼ ਦੀ ਕੀ ਖਬਰ ਹੈ ਸਾਨੂੰ? ਮਹਾਰਾਜ ਕੀ ਤਿਆਰੀ ਹੈ? ਕੁਛ ਨਾਲ ਲਿਆ ਹੈ? ਕੀ ਕੰਮ ਆਏਗਾ ਉੱਥੇ? ਕੋਈ ਵੀਜ਼ਾ, ਪਾਸਪੋਰਟ ਕੁਛ ਚਾਹੀਦਾ ਹੈ ਉਸ ਦੇਸ਼ ਵਿੱਚ? ਨਹੀਂ ਤੇ ਘੁੰਮਦੇ ਰਵਾਂਗੇ, ਇਸ ਕਾਲ ਚੱਕਰ ਦੇ ਵਿੱਚ ਹੀ ਘੁੰਮਦੇ ਰਵਾਂਗੇ, ਸਦਾ ਲਈ ਚੇਂਜ ਵਿੱਚ ਹੀ ਘੁੰਮਦੇ ਰਵਾਂਗੇ। ਇਸ ਤੋਂ ਪਾਰ ਜਾਣ ਦੀ ਕੀ ਵਿਧੀ ਹੈ? ਇਹ ਸਾਰੇ ਪ੍ਰਸ਼ਨ ਇਸ ਸਿੱਧ ਗੋਸ਼ਟ ਵਿੱਚ ਗੁਰੂ ਸਾਹਿਬ ਨੇ ਸਾਨੂੰ ਸਮਝਾਏ ਹਨ। ਜੀਵਨ ਅਸਲ ਵਿੱਚ ਪੂਰੀ ਤਰ੍ਹਾਂ ਕੀ ਹੈ, ਇਹ ਗੁਰੂ ਦੱਸਦਾ ਹੈ ਸਾਨੂੰ। ਗੁਰੂ ਦਾ ਧਿਆਨ ਅਸੀਂ ਕਿਵੇਂ ਧਰਦੇ ਹਾਂ? ਗੁਰੂ ਦੇ ਬਚਨਾਂ ਤੋਂ ਹੀ ਸਮਝ ਆਉਂਦਾ ਹੈ ਗੁਰੂ ਕੀ ਦੱਸਦਾ ਪਿਆ ਹੈ। ਜੋ ਗੁਰੂ ਦੀ ਸੋਚ ਹੈ, ਗੁਰੂ ਨੇ ਆਪ ਆਪਣੇ ਹੱਥ ਵਿੱਚ ਦਰਜ ਕੀਤੀ ਹੈ। ਤਾਂ ਜੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਗੁਰੂ ਜਾਣਦੇ ਹਾਂ ਤਾਂ ਫਿਰ ਉਹਨਾਂ ਦੇ ਬਚਨਾਂ ਦੀ ਕਸੌਟੀ ਤੇ ਅਸੀਂ ਕਿੱਥੇ ਖੜੇ ਹਾਂ? ਇਹ ਵਿਚਾਰਨਾ ਬਣਦਾ ਹੈ। ਤਾਂ ਹੀ ਤਾਂ ਜੀਵਨ ਸਮਝ ਆਏਗਾ, ਤਾਂ ਹੀ ਤਾਂ ਸਮਝ ਆਏਗਾ ਕਿ ਅਸੀਂ ਗੁਰੂ ਦੇ ਸਿੱਖ ਹਾਂ ਕਿ ਨਹੀਂ ਹਾਂ। ਤਾਂ ਹੀ ਤਾਂ ਸਮਝ ਆਏਗਾ ਕਿ ਅਸੀਂ ਉਹ ਕਰ ਰਹੇ ਹਾਂ ਜੋ ਸਰਬੱਤ ਦੇ ਭਲੇ ਵਿੱਚ ਹੈ। ਪਰ ਇਹ ਬੜਾ ਔਖਾ ਕੰਮ ਹੈ, ਕਿਉਂਕਿ ਸਾਨੂੰ ਆਪਣੇ ਹੰਕਾਰ ਔਰ ਹਉਮੈ ਦੇ ਵਿੱਚ ਜੀਣ ਦੀ ਆਦਤ ਹੈ। ਉਸ ਤੋਂ ਪਾਰ ਜਾਣਾ ਬੜਾ ਸੌਖਾ ਨਹੀਂ ਹੈ। ਹਉਮੈ ਤੋਂ ਪਰੇ ਹੀ ਸਹੀ ਜੀਵਨ ਹੈ। ਅਸਲ ਜੀਵਨ ਉੱਥੋਂ ਹੀ ਸ਼ੁਰੂ ਹੁੰਦਾ ਹੈ। ਨਾਨਕ ਭਗਤਾ ਸਦਾ ਵਿਗਾਸ, ਸੁਣੀਏ ਦੁਖ ਪਾਪ ਕਾ ਨਾਸ। ਪਰ ਸੁਣ ਕੇ ਹੀ ਹੋਏਗਾ। ਕੀ ਸੁਣਨਾ ਹੈ ਮਹਾਰਾਜ? ਮਹਾਰਾਜ ਨੇ ਇਸ ਬਾਣੀ ਵਿੱਚ ਦੱਸਿਆ ਹੈ, ਗੁਪਤੀ ਬਾਣੀ ਪ੍ਰਗਟ ਹੋਏ। ਮਨ ਦੇ ਵਿੱਚ ਬਾਣੀ ਪ੍ਰਗਟ ਹੁੰਦੀ ਹੈ, ਉਹਨੂੰ ਸੁਣ ਕੇ ਸਦਾ ਵਿਗਾਸ ਵਿੱਚ ਚਲਾ ਜਾਂਦਾ ਹਾਂ। ਸਦਾ ਸ਼ਬਦ ਕਿਤਨਾ ਪਿਆਰਾ ਹੈ। ਇਸ ਸ਼ਬਦ ਵਿੱਚ ਸਭ ਕੁਝ ਬਦਲ ਜਾਂਦਾ ਹੈ। ਜੀਵਨ ਸਾਨੂੰ ਸੁੱਖ ਦਿੰਦਾ ਹੈ, ਪਰ ਅਗਰ ਉਹ ਸਦਾ ਲਈ ਨਹੀਂ ਹੈ ਤਾਂ ਫਿਰ ਦੇਖਣਾ ਧਿਆਨ ਨਾਲ, ਉਹ ਤਾਂ ਦੁੱਖ ਹੀ ਹੈ। ਕਿਉਂਕਿ ਜਦੋਂ ਉਹਦੇ ਕਾਰਨ ਜਾਣਗੇ ਤਾਂ ਉਹ ਸੁੱਖ ਦੁੱਖ ਵਿੱਚ ਬਦਲ ਜਾਏਗਾ। ਤਾਂ ਅਗਰ ਜੀਵਨ ਦਾ ਸੁੱਖ ਮੇਰਾ ਆਧਾਰ ਹੈ ਤਾਂ ਫਿਰ ਮੈਨੂੰ ਦੁੱਖ ਮਿਲਣ ਲੱਗਾ ਹੈ, ਔਰ ਮੇਰੇ ਕੋਲ ਕੋਈ ਸਥਾਨ ਨਹੀਂ ਰਹੇਗੀ ਜਿੱਥੇ ਮੈਂ ਖੜਾ ਹੋ ਕੇ ਕਹਿ ਸਕਾਂਗਾ ਕਿ ਮੈਂ ਫਿਰ ਵੀ ਹਾਂ। ਇਹ ਬਹਿ ਜਾਣਾ ਹੈ। ਜਿਸ ਨਦੀ ਦੇ ਵਿੱਚ ਤੇ ਪਾਰ ਮੈਂ ਜਾਣਾ ਹੈ, ਉਸ ਦੇ ਵਿੱਚ ਬਹਿੰਦਾ ਜਾ ਰਿਹਾ ਹਾਂ। ਸੁੱਖ ਔਰ ਦੁੱਖ, ਹਾਰ ਔਰ ਜਿੱਤ, ਨਫਾ ਔਰ ਨੁਕਸਾਨ, ਇੱਕ ਸਰਵਾਈਵਲ ਦੀ ਤਰ੍ਹਾਂ ਅਸੀਂ ਚੱਲਦੇ ਹਾਂ। ਆਈ ਸ਼ੁੱਡ ਸਰਵਾਈਵ। ਬਟ ਸਾਨੂੰ ਇਹ ਨਹੀਂ ਦਿਖ ਰਿਹਾ ਕਿ ਇਹ ਜਿਹੜੀ ਨਦੀ ਹੈ, ਇਹੀ ਕਿਸੇ ਅੰਤ ਵਿੱਚ ਨਹੀਂ ਜਾ ਰਹੀ। ਇਹੀ ਇੱਕ ਡੀਪ ਕ੍ਰਿਵੇਸ ਵਿੱਚ ਜਾ ਰਹੀ ਹੈ ਜਿਹਦਾ ਕੋਈ ਅੰਤ ਹੀ ਨਹੀਂ ਹੈ। ਇਸ ਨਦੀ ਦਾ ਵੀ ਖਾਤਮਾ ਹੋ ਜਾਣਾ ਹੈ। ਇਹ ਵੀ ਸਮੇਂ ਦੇ ਅੰਦਰ ਹੈ। ਇਹ ਜੀਵਨ ਇੱਕ ਪਲੇਟਫਾਰਮ ਹੈ ਜੋ ਸਦਾ ਲਈ ਨਹੀਂ ਹੈ।
ਤਾਂ ਅਗਰ ਅਸੀਂ ਸਦਾ ਲਈ ਖੁਸ਼ੀ ਲੱਭਦੇ ਹਾਂ, ਗੁਰੂ ਉਸ ਨੂੰ ਆਨੰਦ ਕਹਿੰਦਾ ਹੈ। ਗੁਰੂ ਅਮਰਦਾਸ ਦੀ ਗੱਲ ਵੀਰ ਨੇ ਛੇੜੀ। ਕਮਾਲ ਦਾ ਸਮਾਂ ਸੀ ਗੋਇੰਦਵਾਲ ਦਾ। ਹਾਂ, ਕਥਾ ਵਿੱਚ ਇਹ ਆਉਂਦਾ ਹੈ, ਗੁਰੂ ਨੇ ਆਦੇਸ਼ ਕਰ ਦਿੱਤਾ ਕਿ ਜਦ ਤੱਕ ਮੇਰੀ ਗੁਰਿਆਈ ਹੈ, ਕਿਸੇ ਮਾਤਾ ਦੇ ਸਾਹਮਣੇ ਉਹਦਾ ਪੁੱਤਰ ਨਹੀਂ ਜਾਏਗਾ। ਦੁੱਖ ਬੜਾ ਲੱਗਿਆ ਗੁਰੂ ਨੂੰ। ਅੱਜ ਵੀ ਜਾਓ ਤਾਂ ਉੱਥੇ ਖੁੰਡੀ ਹੈ, ਜਿੱਥੇ ਕਹਿੰਦੇ ਹਨ ਗੁਰੂ ਫੜ ਕੇ ਅਭਿਆਸ ਵਿੱਚ ਖੜੇ ਰਹਿੰਦੇ ਸਨ, ਸ਼ਬਦ ਵਿੱਚ ਲੀਨ ਰਹਿੰਦੇ ਸਨ, ਧਿਆਨ ਵਿੱਚ ਲੀਨ ਰਹਿੰਦੇ ਸਨ, ਅੰਤਰ ਧਿਆਨ, ਸੁਣ ਵਿੱਚ, ਆਨੰਦ ਵਿੱਚ। ਆਨੰਦ ਦੀ ਬਾਣੀ ਵੀ ਗੁਰੂ ਨੇ ਪ੍ਰਗਟ ਕੀਤੀ ਹੈ, ਗੋਇੰਦਵਾਲ ਦੀ ਬਾਣੀ ਹੈ। ਮੈਨੂੰ ਨਹੀਂ ਲੱਗਦਾ ਕਿਸੇ ਵੀ ਦੁਨੀਆ ਦੇ ਹੋਰ ਧਰਮ ਵਿੱਚ ਇਹੋ ਜਿਹੀ ਕੋਈ ਬਾਣੀ ਹੋਏ ਜਿਹਦੇ ਵਿੱਚ ਗੁਰੂ ਦੱਸ ਰਿਹਾ ਹੋਏ ਕਿ ਜੀਵਨ ਇੱਕ ਸੈਲੀਬ੍ਰੇਸ਼ਨ ਹੈ। ਇੱਕ ਪੱਖੋਂ ਜੀਵਨ ਨੂੰ ਦੇਖੀਏ ਤਾਂ ਇਹ ਡਿਜ਼ਾਸਟਰ ਲੱਗਦਾ ਹੈ, ਇੱਥੇ ਸਭ ਕੁਝ ਖਤਮ ਹੋਣ ਵਾਲਾ ਹੈ। ਪਰ ਗੁਰੂ ਕੀ ਕਹਿ ਰਿਹਾ ਹੈ? ਨਾਨਕ ਭਗਤਾ ਸਦਾ ਵਿਗਾਸ, ਸਦਾ ਲਈ ਵਿਗਾਸ ਹੈ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮੈਂ ਗੁਰੂ ਨੂੰ ਪਾ ਲਿਆ ਤਾਂ ਆਨੰਦ ਮਿਲ ਜਾਏਗਾ, ਜਿਹੜਾ ਸਦਾ ਲਈ ਹੈ। ਆਨੰਦ ਦਾ ਭਾਵ ਹੀ ਇਹੀ ਹੈ, ਬਿਨਾਂ ਕਾਰਨ ਆਨੰਦ ਹੈ। ਜਿਸ ਦੇਸ਼ ਵਿੱਚ ਉਹ ਹੈ, ਉਹ ਮੌਤ ਤੋਂ ਪਰੇ ਹੈ। ਭਗਤ ਕਬੀਰ ਇਹੀ ਸਮਝਾਉਂਦੇ ਹਨ, ਜਿਸ ਮਰਨੇ ਤੇ ਜਗ ਡਰੇ। ਮੇਰੇ ਮਨ ਆਨੰਦ, ਮੇਰੇ ਮਨ ਵਿੱਚ ਇੱਕ ਆਨੰਦ ਹੈ। ਭਗਤ ਕਬੀਰ ਕਹਿ ਰਹੇ ਹਨ, ਮੈਂ ਜਾਣ ਲਿਆ ਉਸ ਨੂੰ, ਹੁਣ ਮੈਂ ਡਰਦਾ ਨਹੀਂ ਹਾਂ, ਕਿਉਂਕਿ ਜਿਸ ਮਰਨੇ ਤੇ ਜਗ ਡਰਦਾ ਹੈ, ਡਰ ਔਰ ਆਨੰਦ ਦਾ ਕੋਈ ਰਿਲੇਸ਼ਨਸ਼ਿਪ ਹੈ। ਅਗਰ ਮੇਰੇ ਜੀਵਨ ਵਿੱਚ ਆਨੰਦ ਆ ਜਾਏਗਾ ਤਾਂ ਡਰ ਚਲਾ ਜਾਏਗਾ। ਜਿਸ ਮਰਨੇ ਤੇ ਜਗ ਡਰੇ, ਮੇਰੇ ਮਨ ਆਨੰਦ। ਮਰਨੇ ਹੀ ਤੇ ਪਾਈਏ ਪੂਰਨ ਪਰਮ ਆਨੰਦ। ਉਹ ਤਾਂ ਕਹਿ ਰਹੇ ਹਨ, ਇਹ ਸਰੀਰ ਦੀ ਵੀ ਫਿਰ ਲੋੜ ਨਹੀਂ ਪਏਗੀ, ਆਨੰਦ ਤਾਂ ਸਦਾ ਹੀ ਰਹੇਗਾ ਮੇਰੇ ਵਿੱਚ। इस मन को कोई खोजो पाई, तन छुटकियो मन कहाँ समाई। निराली बाणी है सिद्धगोश दी। साहिब सानू वो गल्लां दस रहे हैं जिहड़ा शायद सानू अज कोई शरीरक गुरु नहीं दस पाएगा। गुरु ने वो भेद खोले हैं जीवन दे। कुछ की वर्ड्स हैं इस बाणी दे। शब्द, नाम, सहज, ਇਹ शब्द साहिब ने सानू बख्शे हैं। इन्हां नाल ज्ञान दिता है कि जीवन विच कुछ होर है जिहड़ा असी मिस आउट कर रहे हैं। नाल यह भी कहा है वो दिख नहीं रहा। अवगतो निर्मायल उपजे, वो दिखता नहीं है, उन्होंने जान सकते हाँ। और वो किवें है महाराज? गुरु कहता है होमे तो परे है। जिवें कल दी पौड़ी विच बहुत साहिब ने प्यार नाल समझाया है कि होमे करके जीवन है। यह जिहड़ा सारा प्रगट संसार है यह होमे दे अंदर है। अगर मैं होमे दे पार जावांगा तो निराकार दे जीवन नूं जान लवांगा। वो कित्थे है महाराज? गुरु तेग बहादुर दी बाणी बहुत सटीक वजदी है, सीधी तार की तरह। गुरु कहते हैं कि यह अंतर विच ही है। काहिर एक बन खोजन जाई, सर्व निवासी सदा अलेपा, तोहे संग समाई। एक तरह का लंबा दे रहे हैं, जंगलों विच लब्बी फिरदा है, वो तो तेरे अंदर है। पुहप मध्यों बास बसत है, मुकरमा है जैसे छाई, तैसे ही हर बसे निरंतर, घट ही खोजो पाई।
बाहर भीतर एको जाने ए गुर ज्ञान बताई। जन नानक बिन आपा चीने मिटे ना भरम की काई। हुण इत्थे मुश्किल आंदी है। बिन आपा चीने, बिना अपने अंतर नूं जाने भरम नहीं मिटता है। तो सानू अपने एटीट्यूड्स बदलने पैणगे। सानू जीवन नूं देखण दा नज़रिया बदलना पेगा। जीवन की है उसका व्यू पॉइंट देखना चेंज करना पेगा। अंतर्मुखी होकर जीवन नूं देखना पेगा। अंतर्मुखी की है महाराज? ध्यान शब्द विच नाल ले जाना है अंतर वल। जिथे थॉट घटदी जाती है और शब्द और सुरत का मेल बनता जाता है। इस बाणी विच साहिब ने एक गल सानू बहुत फोकस होकर समझाई है कि शब्द गुरु है। शब्द सुरत दा मेल करना है। कवन मूल कवन मत वेला, कवन गुरु किसका तू चेला। महाराज दसते हैं पवन आरंभ सतगुर मत वेला, शब्द गुरु सुरत धुन चेला। गुरु साहब अपने गुरु बारे गल दसते हैं। निरंकार की गल करते पे हैं कि शब्द के रूप में निरंकार गुरु नानक साहब नूं मिलिया है। रिवील किया है निरंकार ने अपने आप नूं शब्द के जरिए। तो शब्द की एक परस्पैक्टिव, एक डायमेंशन अनडिफाइंड है जो हर जगह ते प्रेजेंट है। फिर एक डिफाइंड शब्द है जिहड़ा गुरु ग्रंथ साहब च हाजिर है। अज दे पदे विच कुछ यही गुरु समझाणगे। कुछ एटीट्यूड जीवन का फिर सानू फर्म करनगे कि बाणी की है। गुरु ग्रंथ साहब विच महाराज बाणी नूं गुरु कहा है और निरंकार भी कहा है। बाणी गुरु, गुरु है बाणी, विच बाणी अमृत सारे। वाहो वाहो बाणी निरंकार है। देखो महाराज बाणी की दो डायमेंशन सन, फिर एक तीजी डायमेंशन भी है। जदों यह बाणी साडे मन विच प्रगट हो जाती है तो गुरु नानक साहब कहते हैं, गुरु गोबिंद सिंह साहब सच्चे पातशाह कहते हैं, फिर एक बड़ा निराला कम होंदा है। पूरन जोत जगे कट में तब खालस ताहे न खालस जाने। महाराज कहते हैं फिर वो खालसा बन जाता है। और फिर गुरु साहब ने कुछ गल होर भी कही है, खालसा मेरो रूप है खास, खालसे में हो करो निवास। कदे कोई गुरु ने यह गारंटी नहीं दे सकता होया, पर साहिब ने दिती है। खालसा पंथ विच उस खालसे विच जिहड़ा शब्द का ज्ञान जान लए, जिहड़े शब्द नूं मन विच बसा ले और शब्द नाल एक रूप हो जाए, महाराज कहते हैं उहदे विच मैं वसदा हाँ। इत्थे गुरु और सिख एक ही हो गए हैं महाराज। गुरु सिख विच हाजिर हो गया है। एक की कमाल है कि एक जिग्यासू अपने गुरु दे नाल इस तरह मिल गया कि सारी दीवारां टुट गईयां। वही दीवार है ना जिहड़ी गुरु नानक साहब कह रहे हैं तोड़ दिओ कि कूड़े टुटे पाल। एक कूड़ दी पाल गिरेगी तो जीवन बदल जाएगा। फिजिकल ते डिपेंडेंस सिर्फ फिजिकल लाइफ दी रहेगी, अध्यात्म विच आत्म ज्ञान हो जाएगा। आत्म ज्ञान दुनिया बड़ी दूर जानती है इसनूं महाराज। गुरु कहता है नाल चलता है थोड़े, बस चलना है। किव सचियारा होइए किव कूड़े टुटे पाल, हुक्म दी रजा विच चलिए, हुक्म रजाई चलना। चलना है नानक लिखिया नाल, होमे नूं घेर के चलना है, हुक्म दे विच समा जाना है। इस बाणी विच प्रश्न भी पूछे हैं, कहाँ ते आवे कहाँ है जावे,
कहाँ ए रहे समाई, ये इंसान किधरों आंदा है, किधर जाता है, किस विच समा जाता है। महाराज कहते हैं हुक्म है सारा कुछ, उसके क्रिएशन का ऑर्डर है। ਇਹਦੇ ਵਿੱਚ ਇੱਕ ਮਨ ਹੈ ਜੋ ਹੰਕਾਰ ਰੂਪ ਵਿੱਚ, ਹਉਮੈ ਰੂਪ ਵਿੱਚ ਪ੍ਰਗਟ ਹੈ। ਉਸ ਵਿੱਚ ਸ਼ਕਤੀ ਨਿਰੰਕਾਰ ਦੀ ਹੈ, ਪਰ ਉਸ ਨੂੰ ਅਸੀਂ ਅਪਣਾ ਲਿਆ ਕਿ ਮੈਂ ਹਾਂ। ਉਹ ਇੱਕ ਟੈਂਪਰੇਰੀ ਰਿਐਲਿਟੀ ਹੈ, ਪਰ ਇੱਕ ਮੌਕਾ ਹੈ। ਔਰ ਉਹਦੇ ਪਿੱਛੇ ਸ਼ਕਤੀ ਕਿਹੜੀ ਖੜੀ ਹੈ? ਉਸ ਨਿਰੰਕਾਰ ਦੀ ਖੜੀ ਹੈ। ਇਸ ਪਦੇ ਵਿੱਚ ਅੱਜ ਗੁਰੂ ਨਾਨਕ ਸਾਹਿਬ ਸਾਨੂੰ ਇਹ ਸਭ ਕੁਝ ਸਮਝਾਉਣਗੇ। ਗੁਰਮੁਖ ਨਾਨਕ ਇੱਕੋ ਜਾਣੇ। ਕੋਈ ਵੀਰ ਭੈਣ ਇਸ ਪਦੇ ਨੂੰ ਪੜ੍ਹਦੇ, ਫਿਰ ਇਹਦੇ ਦਰਸ਼ਨਾਂ ਵਿੱਚ ਉਤਰਦੇ ਹਾਂ। ਇੱਕ ਅਰਦਾਸ ਆਪਣੇ ਮਨ ਵਿੱਚ ਰੱਖੀਏ ਕਿ ਗੁਰੂ ਨਾਨਕ ਸਾਹਿਬ ਨੂੰ ਜਾਣ ਲਈਏ, ਉਹਨਾਂ ਦੇ ਸ਼ਬਦ ਨੂੰ ਮਨ ਵਿੱਚ ਵਸਾ ਲਈਏ, ਔਰ ਉਹਨਾਂ ਦੀ ਬਾਣੀ ਵਿੱਚ ਗੁਰੂ ਦੇ ਦਰਸ਼ਨ ਹੋਣ ਸਾਨੂੰ। ਇਹ ਅਰਦਾਸ ਲੈ ਕੇ ਆਓ ਅਸੀਂ ਉਤਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਆ ਭਵੀਐ ਸੱਚ ਸੂਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ। ਰਹਾਉ ਗੁਰਮੁਖ ਸਾਚ ਸ਼ਬਦ ਵਿਚਾਰੈ ਕੋਏ, ਗੁਰਮੁਖ ਸਚ ਬਾਣੀ ਪ੍ਰਗਟ ਹੋਏ। ਗੁਰਮੁਖ ਮਨ ਭੀਜੈ ਵਿਰਲਾ ਬੂਝੈ ਕੋਏ, ਗੁਰਮੁਖ ਨਿਜ ਘਰ ਵਾਸਾ ਹੋਏ। ਗੁਰਮੁਖ ਜੋਗੀ ਜੁਗਤ ਪਛਾਣੈ, ਗੁਰਮੁਖ ਨਾਨਕ ਏਕੋ ਜਾਣੈ। ਸਾਡੇ ਮਨ ਵਿੱਚ ਦੋ ਮੇਜਰ ਡਾਇਮੈਂਸ਼ਨਸ ਹਨ। ਇੱਕ ਮਨ ਜਿਹੜਾ ਜੀਵਨ ਵੱਲ ਮੁੱਖ ਕਰਕੇ ਚੱਲ ਰਿਹਾ ਹੈ। ਮਨ ਆਇਆ, ਉਹਨੇ ਜਨਮ ਲਿਆ, ਉਹਨੂੰ ਸਰੀਰ ਮਿਲਿਆ, ਸਰੀਰ ਦੇ ਵਿੱਚ 9 ਦਰਵਾਜ਼ੇ ਮਿਲੇ। ਉਹ ਹੁਣ ਜੀਵਨ ਨਾਲ ਰਿਲੇਟ ਕਰਨਾ ਸ਼ੁਰੂ ਕਰ ਦਿੱਤਾ, ਜਾਣਨਾ ਸ਼ੁਰੂ ਕਰ ਦਿੱਤਾ ਕਿ ਬਾਹਰਲਾ ਜੀਵਨ ਕੀ ਹੈ। ਇਹੀ ਤਾਂ ਜਾਣਨਾ ਹੈ ਨਾ ਕਿ ਜੀਵਨ ਕੀ ਹੈ, ਤਾਂ ਪਹਿਲੇ ਇਹ ਜਾਣਾਂਗੇ ਕਿ ਬਾਹਰਲਾ ਜੀਵਨ ਕੀ ਹੈ। ਪਹਿਲੇ ਮੈਂ ਆਪਣੀ ਆਈਡੈਂਟਿਟੀ ਖੜੀ ਕਰਾਂਗਾ। ਮੈਂ ਕੌਣ ਹਾਂ, ਮੇਰਾ ਨਾਮ ਹੈ, ਮੈਂ ਕੀ ਪੜ੍ਹਦਾ ਹਾਂ, ਕੀ ਕਰਦਾ ਹਾਂ, ਮੇਰਾ ਆਲਾ ਦੁਆਲਾ ਕੀ ਹੈ, ਇਹ ਸਭ ਮੈਨੂੰ ਡਿਫਾਈਨ ਕਰੇਗਾ। ਔਰ ਮੈਂ ਇਹਦੇ ਵਿੱਚ ਬੜੀ ਸ਼ਕਤੀ ਲਗਾਉਂਦਾ ਹਾਂ। ਇਸੇ ਲਈ ਮਾਡਰਨ ਸਾਈਕੋਲੋਜੀ ਕਹਿੰਦੀ ਹੈ ਕਿ ਅੱਜ ਦਾ ਜਿਹੜਾ ਮਨ ਦੀ ਬਣਤ ਹੈ 7 ਸਾਲ ਤੋਂ ਪਹਿਲਾਂ ਬੱਚਾ ਬਣਾ ਲੈਂਦਾ ਹੈ। ਅਤੇ ਅਗਰ ਬੱਚੇ ਨੂੰ ਜੀਵਨ ਵਾਸਤੇ ਕੁਝ ਵੈਲਿਊ ਸਿਸਟਮ ਦੇਣਾ ਹੈ ਤਾਂ ਉਹ 7 ਸਾਲ ਤੋਂ ਪਹਿਲਾਂ ਦਿੱਤਾ ਜਾਏ। ਕਾਰਨ ਕਿਉਂਕਿ ਮਨ ਉਸ ਵੇਲੇ ਆਪਣੀ ਆਈਡੈਂਟਿਟੀ ਬਣਾਉਣ 'ਚ ਲੱਗਿਆ ਹੈ, ਔਰ ਉਹਦੀ ਜੋ ਐਟੀਟਿਊਡਸ ਹਨ ਜਾਂ ਅਪਰੋਚ ਹੈ ਉਹ 7 ਸਾਲ ਤੋਂ ਪਹਿਲਾਂ ਫਰਮ ਹੋ ਜਾਂਦੇ ਹਨ, ਫਿਰ ਨਹੀਂ ਬਦਲਦੇ। ਔਰ ਇਸ ਮਨ ਨੂੰ ਮੈਂ ਆਪਣੇ ਆਪ ਕਰਕੇ ਜਾਣਦਾ ਕਿ ਮੈਂ ਇਹ ਹਾਂ, ਪਰ ਇਹ ਮੈਂ ਜਿਹੜਾ ਮੈਨੂੰ ਮਿਲਿਆ ਹੈ ਇਹ ਇੱਕ ਜਗਤ ਦੇ ਵਿੱਚ ਵਿਚਰਨ ਦੀ ਤਰ੍ਹਾਂ ਹੈ। ਮੈਂ ਕੁਝ ਸਮੇਂ ਲਈ ਇੱਥੇ ਵਿਚਰਨ ਆਇਆ ਹਾਂ। ਮੇਰੇ ਸਭ ਸਗੇ ਸੰਬੰਧੀ, ਮੇਰੇ ਵਿਵਹਾਰ, ਮੇਰਾ ਕਾਰੋਬਾਰ, ਇਹ ਸਭ ਕੁਝ ਉਸ ਸਟਰਕਚਰ ਦੇ ਅੰਦਰ ਹੈ। ਮਨ ਦਾ ਜਿਹੜਾ ਦੂਸਰਾ ਰੂਪ ਹੈ ਉਹ ਕੀ ਹੈ ਫਿਰ ਮਹਾਰਾਜ? ਅਸੀਂ ਇਹ ਕਈ ਵਾਰ ਵਿਚਾਰ ਚੁੱਕੇ ਹਾਂ, ਇਸ ਕਰਕੇ ਮੈਂ ਉਸ ਵਿੱਚ ਡੈਪਥ ਵਿੱਚ ਨਹੀਂ ਜਾਵਾਂਗਾ। ਪਰ ਉਹ ਮਨ ਜਿਹੜਾ ਕਦੇ ਬਦਲਦਾ ਨਹੀਂ ਹੈ, ਜਿਹੜਾ ਇੱਕ ਰੂਪ, ਇੱਕ ਅਵਸਥਾ ਵਿੱਚ ਸਾਡੇ ਵਿੱਚ ਹਾਜ਼ਰ ਹੈ ਔਰ ਉਹ ਕਨੈਕਟਡ ਹੈ, ਉਹ ਸਭ ਨਾਲ ਜੁੜਿਆ ਹੋਇਆ ਹੈ। ਉਹ ਮਨ ਜਿੱਥੇ ਸਦਾ ਹੀ ਵਿਕਾਸ ਹੈ, ਉਹ ਮਨ ਜਿਹੜਾ ਸਦਾ ਸਟੇਬਲ ਹੈ। ਦੁਨੀਆ ਇਸ ਨੂੰ ਆਤਮਾ ਕਰਕੇ ਜਾਣਦੀ ਹੈ। ਬਾਣੀ ਨੇ ਇਸ ਨੂੰ
ਜੋਤ ਰੂਪ ਵਿੱਚ ਦੱਸਿਆ ਹੈ, ਸਾਨੂੰ ਆਨੰਦ ਰੂਪ ਵਿੱਚ ਵੀ ਦੱਸਿਆ ਹੈ। ਜਿੱਥੇ ਗਿਆਨ ਹੈ, ਸਾਰੀ ਸ੍ਰਿਸ਼ਟੀ ਦਾ ਕੀ ਸਟਰਕਚਰ ਹੈ ਉਹਦਾ ਗਿਆਨ ਹੈ, ਬ੍ਰਹਮ ਗਿਆਨ। ਇਸ ਮਨ ਔਰ ਉਸ ਮਨ ਦੇ ਵਿੱਚ ਰਸਤਾ ਕੀ ਹੈ ਮਹਾਰਾਜ? ਗੁਰੂ ਮਹਾਰਾਜ ਕਹਿੰਦੇ ਹਨ, ਯਤਨ ਕਰਨਾ ਹੈ, ਇਕਾਗਰ ਹੋਣਾ ਹੈ, ਆਪਣੀ ਐਨਰਜੀ ਖਿੰਡਣੀ ਕਰਨੀ, ਉਸ ਨੂੰ ਅੰਤਰ ਵਿੱਚ ਲਿਜਾਣਾ ਹੈ ਔਰ ਸ਼ਬਦ ਦਾ ਅਭਿਆਸ ਕਰਨਾ ਹੈ। ਸ਼ਬਦ ਦੇ ਜ਼ਰੀਏ ਇੱਕ ਕਿਰਪਾ ਹੋਏਗੀ, ਗੁਰੂ ਦੇ ਰੂਪ ਵਿੱਚ ਸਾਨੂੰ ਸ਼ਬਦ ਮਿਲੇਗਾ। ਜਿਨ੍ਹਾਂ ਬਜ਼ੁਰਗਾਂ ਨਾਲ ਮੈਂ ਸਮਾਂ ਬਿਤਾਇਆ, ਬਹੁਤ ਪਿਆਰ, ਇੱਕ ਗੱਲ ਉਹ ਬਾਰ-ਬਾਰ ਮੈਨੂੰ ਕਹਿੰਦੇ ਸਨ ਕਿ ਸ਼ਬਦ ਦਾ ਅਭਿਆਸ ਨਿਰੰਤਰ ਚੱਲ ਰਿਹਾ ਹੈ ਕਿ ਨਹੀਂ ਦੱਸ। ਮੇਰੇ ਤੋਂ ਤਾਂ ਹੁੰਦਾ ਨਹੀਂ ਸੀ। ਨਾਲ ਉਹ ਇਹ ਕਹਿੰਦੇ ਸਨ ਕਿ ਮੂਲ ਮੰਤਰ ਦਾ ਇੰਨਾ ਅਭਿਆਸ ਕਰ ਕਿ ਤੇਰੇ ਔਰ ਮੂਲ ਮੰਤਰ ਵਿੱਚ ਕੋਈ ਭੇਦ ਨਾ ਰਹਿ ਜਾਏ। ਇਹ ਜਿਹੜੀ ਸ਼ਬਦ ਦੀ ਅਵਸਥਾ ਉਹ ਦੱਸ ਰਹੇ ਹਨ, ਇਹ ਬਾਣੀ ਵਿੱਚ ਸਾਨੂੰ ਅਜਪਾ ਜਾਪ ਦੇ ਰੂਪ ਵਿੱਚ ਦੱਸੀ ਗਈ ਹੈ। ਇਹ ਇਸ ਤਰ੍ਹਾਂ ਨਹੀਂ ਹੈ ਕਿ ਅਸੀਂ ਕੋਈ ਬਾਹਰ ਮਿਊਜ਼ਿਕ ਸੁਣਿਆ ਔਰ ਉਹ ਕੁਝ ਦਿਨ ਸਾਡੇ ਨਾਲ ਚੱਲਦਾ ਰਿਹਾ। ਧਰਤੀ 'ਤੇ ਹਜ਼ਾਰਾਂ ਫੁੱਟਾਂ ਦੀ ਗਹਿਰਾਈ ਦੇ ਵਿੱਚ ਅਗਰ ਕੋਈ ਪਾਣੀ ਹੈ ਔਰ ਉਸ ਨੂੰ ਅਸੀਂ ਖੋਦ ਕੇ ਨਿਕਾਲਣ ਦਾ ਯਤਨ ਕੱਢ ਲਈਏ ਤਾਂ ਅਥਾਹ ਸਮੁੰਦਰ ਪਾਣੀ ਦਾ ਸਾਨੂੰ ਮਿਲ ਜਾਏਗਾ। ਮੈਨੂੰ ਲੱਗਦਾ ਹੈ ਇਸੇ ਤਰ੍ਹਾਂ ਮਨ ਦੀ ਧਰਤੀ ਦੇ ਵਿੱਚ ਅਗਰ ਅਸੀਂ ਡੂੰਘੇ ਜਾਂਦੇ ਜਾਈਏ ਤਾਂ ਸ਼ਬਦ ਦਾ ਅਭਿਆਸ ਜਿੱਥੇ ਨਿਰੰਤਰ ਹਾਜ਼ਰ ਹੈ ਉੱਥੇ ਮਨ ਪਹੁੰਚ ਜਾਏਗਾ। ਬਾਣੀ ਨੇ ਇਸ ਨੂੰ ਅਜਪਾ ਜਾਪ ਕਿਹਾ ਹੈ। ਜਾਪ ਸੋ ਅਜਪਾ ਜਪੇ। ਜਾਪ ਚੱਲਦਾ ਹੈ ਪਰ ਮੈਂ ਜਪ ਨਹੀਂ ਰਿਹਾ ਹਾਂ, ਕਿਉਂਕਿ ਦਰਅਸਲ ਮੇਰੀ ਫਾਊਂਡੇਸ਼ਨ ਜਿਹੜੀ ਹੈ ਉਹ ਤਾਂ ਇਸ ਹੰਕਾਰੀ ਮਨ ਦੇ ਨਾਲ ਰਿਲੇਸ਼ਨ ਰੱਖਦੀ ਹੈ। ਇਹ ਜਿਹੜਾ ਜਾਪ ਚੱਲਦਾ ਹੈ ਇਹ ਤਾਂ ਮੈਂ ਤੋਂ ਪਰੇ ਹੈ। ਇਹ ਤਾਂ ਉਸ ਅਵਸਥਾ ਨਾਲ ਮਨ ਰੱਖਦਾ ਹੈ ਜਿੱਥੇ ਹਉਮੈ ਨਹੀਂ ਹੈ, ਨਾਮ ਹੈ। ਮੈਨੂੰ ਲੱਗਦਾ ਹੈ ਅਸੀਂ ਸਿੱਖਾਂ ਨੇ ਇਸ ਨੂੰ ਜਾਣਨਾ ਹੈ, ਇਸ ਅਵਸਥਾ ਨੂੰ ਕਮਾਉਣਾ ਹੈ। ਜਿਵੇਂ ਵੀਰ ਪੁੱਛਦੇ ਸੀ ਪਿਛਲੀ ਵਾਰ, ਕਿਵੇਂ ਉਹ ਹੋ ਸਕਦਾ ਹੈ ਕਿ ਅਸੀਂ ਮੌਤ 'ਤੇ ਵੀ ਹੱਸ ਕੇ ਪਾਰ ਜਾਈਏ? ਹੈ ਨਾ ਕਮਾਲ ਦੀ ਗੱਲ। ਹਿੰਦੂ ਮੈਥੋਲੋਜੀ ਵਿੱਚ ਸ਼ਿਵ ਨੂੰ ਉੱਤਮ ਦੇਵਤਾ ਮੰਨਿਆ ਹੈ। ਕਾਰਨ ਕੀ ਹੈ? ਕਿਉਂਕਿ ਸ਼ਿਵ ਨੇ ਆਪਣੇ ਮਨ ਵਿੱਚ, ਆਪਣੇ ਕੰਠ ਦੇ ਵਿੱਚ ਜ਼ਹਿਰ ਰੋਕ ਲਿਆ ਹੈ। ਜਦ ਸਾਰੇ ਦੇਵਤੇ ਕਹਿੰਦੇ ਹਨ ਸਾਨੂੰ ਅੰਮ੍ਰਿਤ ਦਿਓ, ਸ਼ਿਵ ਕਹਿੰਦਾ ਮੈਨੂੰ ਬਿਖ ਦਿਓ, ਮੈਂ ਬਿਖ ਨੂੰ ਵੀ ਅੰਮ੍ਰਿਤ ਬਣਾ ਲਾਂਗਾ। ਇਸ ਤੋਂ ਜ਼ਿਆਦਾ ਕੌਣ ਜਿੱਤ ਸਕਦਾ ਹੈ? ਕੁਝ ਇਸੇ ਤਰ੍ਹਾਂ ਹੀ ਜੀਵਨ ਹੈ। ਅਸੀਂ ਇਹਨੂੰ ਅੰਮ੍ਰਿਤ ਵਿੱਚ ਕਿਵੇਂ ਢਾਲ ਲਾਂਗੇ? ਇੱਕ ਐਟੀਟਿਊਡ ਨਾਲ, ਗੁਰੂ ਕਹਿੰਦਾ ਹੈ ਇੱਕ ਅਪਰੋਚ ਨਾਲ, ਇੱਕ ਧਰਤੀ ਦੇ ਵਿੱਚ ਪੈਰ ਰੱਖ ਲਈਏ ਜਿਹੜੀ ਧਰਤੀ ਸਾਡੇ ਤੋਂ ਕੋਈ ਖੋ ਨਹੀਂ ਸਕਦਾ। ਸਰੀਰ ਜਾਏਗਾ ਤਾਂ ਵੀ ਨਹੀਂ ਜਾ ਸਕਦੀ ਸਾਡੇ ਤੋਂ। ਇਹ ਸਿੱਖ ਦਾ ਗਿਆਨ ਹੈ, ਇਹ ਸਿੱਖ ਦੀ ਨੌਲੇਜ ਹੈ ਜੀਵਨ ਬਾਰੇ। ਔਰ ਗੁਰੂ ਨੇ ਸਾਨੂੰ ਸਮਝਾਇਆ ਹੈ ਕਿ ਇਹ ਮਨ ਵਿੱਚ ਹਾਜ਼ਰ ਹੈ ਅਵਸਥਾ, ਸਾਡੇ ਤੋਂ ਦੂਰ ਨਹੀਂ ਹੈ। ਤੋਹੇ ਸੰਗ ਸਮਾਏ। ਅੱਜ ਦੇ ਪਦੇ ਵਿੱਚ ਸਾਹਿਬ ਨੇ ਫਿਰ ਗੁਰਮੁਖ ਦੀ ਗੱਲ ਚਲਾਈ ਹੈ। ਗੁਰਮੁਖ ਇੱਕ ਜੀਵਨ ਦਾ ਐਟੀਟਿਊਡ ਹੈ, ਕਿਵੇਂ ਜੀਣਾ ਹੈ ਜੀਵਨ। ਮੈਂ ਹੁਣ ਤੱਕ ਦੀ ਆਪਣੀ ਕੰਡੀਸ਼ਨਡ ਮਾਈਂਡ ਵਿੱਚ, ਕੰਡੀਸ਼ਨਡ ਮਾਈਂਡ ਮੈਂ ਇੱਕ ਸ਼ਬਦ ਵਰਤਦਾ ਹਾਂ ਕਿਉਂਕਿ ਇਹ ਬਾਹਰਮੁਖੀ ਮਨ ਹੈ ਜਿਹੜਾ ਬਾਹਰ ਦੀ ਕੰਡੀਸ਼ਨਸ ਨਾਲ ਮੈਂ ਬਣਾਇਆ ਹੈ। ਮੇਰੇ ਮਾਤਾ ਪਿਤਾ ਨੇ ਕੁਝ ਮੈਨੂੰ ਦੱਸਿਆ, ਕੁਝ ਮੈਨੂੰ ਕਿਸੇ ਨੇ ਸਿਖਾਇਆ, ਕੁਝ ਮੈਂ ਕਿਸੇ ਤੋਂ ਜਾਣਿਆ, ਕੁਝ ਮੈਂ ਆਪਣੀ ਕੰਕਲੂਜਨਸ ਬਣਾਏ, ਪਰ ਸਭ ਬਾਹਰਮੁਖੀ ਜੀਵਨ ਦੇ ਹਿਸਾਬ ਨਾਲ ਬਣਾਏ। ਕੰਡੀਸ਼ਨਡ ਮਾਈਂਡ ਹੈ ਇਹ, ਮੇਰੇ ਆਪਣੀ ਬਣਤ ਦਾ ਮਨ ਹੈ।
ਹੰਕਾਰ ਦਾ, ਹਉਮੈ ਦਾ ਮਨ ਹੈ, ਤਾਂ ਮੈਂ ਆਪਣੇ ਕੰਡੀਸ਼ਨਡ ਮਾਈਂਡ ਨਾਲ ਜੋ ਜਾਣਿਆ ਹੈ ਜੀਵਨ ਦਾ, ਇੱਥੇ ਸਭ ਕੁਝ ਮੈਨੂੰ ਇੱਥੇ ਹੀ ਛੱਡ ਕੇ ਜਾਣਾ ਪਏਗਾ। ਮੰਗੋ ਦਾਨ ਠਾकुर नाम अवर कछु मेरे संग ना चाले। नाम की है महाराज? ਅੱਜ ਅਗਰ ਗੁਰੂ ਸਾਡੇ ਸਾਹਮਣੇ ਬੈਠਾ ਹੋਏ ਤਾਂ ਸਾਨੂੰ ਇਹੀ ਦੱਸੇਗਾ ਕਿ ਆਪਣੇ ਹਉਮੈ ਤੋਂ ਪਰੇ ਚਲੇ ਜਾ, ਨਾਮ ਮਿਲ ਜਾਏਗਾ। ਗਾਓ, ਉਸ ਦੀ ਬਾਣੀ ਗਾ ਪ੍ਰੇਮ ਨਾਲ, ਭਾਵਨਾ ਨਾਲ। ਸਾਈਕੋਲੋਜੀ ਵਿੱਚ ਇੱਕ ਹੀਲਿੰਗ ਹੁੰਦੀ ਹੈ ਜਿਸ ਨੂੰ ਮਿਰਰਿੰਗ ਕਹਿੰਦੇ ਹੈ। ਕਿਸੇ ਨੇ ਮੈਨੂੰ ਦਰਦ ਵਿੱਚ ਕਾਲ ਕੀਤੀ, ਮੈਂ ਉਸ ਦੀ ਫੀਲਿੰਗਸ ਨੂੰ ਮਿਰਰ ਕਰ ਦਿੱਤਾ ਤਾਂ ਉਹਦੀ ਕਨਫਿਊਜ਼ਨ ਘਟ ਗਈ। ਮੈਂ ਉਸ ਨੂੰ ਇਹ ਭਾਵਨਾ ਦੱਸ ਦਿੱਤੀ। ਇਸ ਕਾਲ ਵਿੱਚ ਕਾਲਰ ਦੀ ਟੋਨ ਜ਼ਿਆਦਾ ਇੰਪੋਰਟੈਂਟ ਰਹਿੰਦੀ ਹੈ। ਇਸ ਤੋਂ ਜ਼ਿਆਦਾ ਇੰਪੋਰਟੈਂਟ ਕਿ ਉਹ ਬੋਲ ਕੀ ਰਿਹਾ ਹੈ, ਉਹਦੀ ਟੋਨ ਜ਼ਿਆਦਾ ਇੰਪੋਰਟੈਂਟ ਹੈ, ਕਿਉਂਕਿ ਟੋਨ ਦੇ ਵਿੱਚ ਭਾਵਨਾ ਹੈ। ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਹਾ ਹੈ ਕਿ ਕਰਮ ਔਰ ਸੋਚ ਦੇ ਪਿੱਛੇ ਭਾਵਨਾ ਖੜੀ ਹੈ। ਸਾਡੀ ਇੰਟੈਂਸ਼ਨ ਕੀ ਹੈ? ਅਗਰ ਸਾਡੀ ਇੰਟੈਂਸ਼ਨ ਬ੍ਰਹਮ ਗਿਆਨ ਦੀ ਹੈ, ਜੀਵਨ ਨੂੰ ਜਾਣ ਲੈਣ ਦੀ ਹੈ, ਸੱਤ ਨੂੰ ਪਾਣ ਲੈਣ ਦੀ ਹੈ, ਤਾਂ ਉਹ ਰਿਫਲੈਕਟ ਕਰੇਗਾ, ਤਾਂ ਉਹ ਆਏਗਾ ਸਾਡੇ ਸਾਹਮਣੇ ਕਿਧਰੇ ਨਾ ਕਿਧਰੇ। ਗੁਰੂ ਸਾਹਿਬ ਨੇ ਸਾਨੂੰ ਬਾਣੀ ਵਿੱਚ ਵੀ ਇਹ ਸਮਝਾਇਆ ਹੈ, ਜੋ ਜੀ ਹੋਏ ਸੋ ਗਵੇ, ਮੂੰਹ ਕਾ ਕਹੀਏ ਵਾਓ। ਜੋ ਜੀ ਦੇ ਵਿੱਚ ਹੈ ਸੋ ਆਏਗਾ ਸਾਹਮਣੇ। ਤਾਂ ਅਸੀਂ ਜੀਵਨ ਦੇ ਵਿੱਚ, ਮਨ ਦੇ ਵਿੱਚ ਇਹ ਭਾਵਨਾ ਕਿਵੇਂ ਪਾਵਾਂਗੇ? ਉਸ ਨੂੰ ਜਾਣਨ ਦਾ ਜਿਹਦੇ ਬਾਰੇ ਸਾਨੂੰ ਕੋਈ ਗਿਆਨ ਹੀ ਨਹੀਂ ਹੈ। ਗੁਰਬਾਣੀ ਇੱਕ ਵੈਲਿਊ ਸਿਸਟਮ ਹੈ। ਅਸੀਂ ਉਸ ਦੇ ਵਿਚਾਰ ਵਿੱਚ ਅਗਰ ਉਤਰਾਂਗੇ ਤਾਂ ਸਾਡਾ ਮਨ ਬਦਲ ਜਾਏਗਾ। ਇਹ ਕਿਵੇਂ ਹੋਏਗਾ ਮਹਾਰਾਜ? ਗੁਰੂ ਸਾਹਿਬ ਸਾਨੂੰ ਕੀ ਦੱਸਦੇ ਹਨ? ਅੱਜ ਦੇ ਪਦੇ ਵਿੱਚ ਗੁਰੂ ਕਹਿ ਰਹੇ ਹਨ, ਗੁਰਮੁਖ ਸਾਚ ਸ਼ਬਦ ਵਿਚਾਰੇ ਕੋਏ। ਅਸੀਂ ਸੱਚੇ ਦੇ ਸ਼ਬਦ ਨੂੰ ਵਿਚਾਰਾਂਗੇ। ਆਓ ਥੋੜ੍ਹਾ ਜਿਹਾ ਇਸ ਸ਼ਬਦ 'ਤੇ ਧਿਆਨ ਕਰੀਏ, ਵਿਚਾਰ। ਕਿਉਂਕਿ ਮੈਨੂੰ ਲੱਗਦਾ ਹੈ ਅਸੀਂ ਇਹਨੂੰ ਉਸ ਗਹਿਨ ਰੂਪ ਵਿੱਚ ਨਹੀਂ ਜਾਣਦੇ ਜਿਸ ਰੂਪ ਵਿੱਚ ਇਹ ਹੈ। ਮੈਂ ਕਿਸੇ ਚੀਜ਼ ਬਾਰੇ ਵਿਚਾਰ ਕਰਦਾ ਹਾਂ, ਥਾਟਸ ਉਹਦੇ ਨਾਲ ਮੰਥਨ ਕਰਦਾ ਹਾਂ। ਮੇਰੀ ਥਾਟਸ ਔਰ ਉਹ ਵਸਤੂ, ਉਸ ਵਿਚਾਰ ਵਿੱਚ ਮੈਂ ਉਲਝ ਜਾਂਦਾ ਹਾਂ, ਸਮਝਣ ਦੀ ਕੋਸ਼ਿਸ਼ ਕਰਦਾ ਹਾਂ। ਤਾਂ ਮੈਂ ਕੀ ਕਰ ਰਿਹਾ ਹਾਂ? ਤਾਂ ਮੈਂ ਉਹ ਥਾਟ ਆਪਣੇ ਮਨ ਦੇ ਵਿੱਚ ਪਾ ਰਿਹਾ ਹਾਂ। ਮੈਂ ਉਹ ਸੋਚ ਰਿਹਾ ਹਾਂ ਬਾਰ-ਬਾਰ। ਤਾਂ ਮੇਰਾ ਮਨ ਉਸ ਦੇ ਰੰਗ ਵਿੱਚ ਆ ਜਾਏਗਾ। ਆਪ ਸਮਝੋ ਗੱਲ ਨੂੰ। ਮੈਂ ਕਿਸੇ ਮੂਵੀ ਦੇ ਵਿੱਚ ਉਤਰ ਗਿਆ ਤਾਂ ਮੇਰਾ ਮਨ ਹੁਣ ਮੂਵੀ ਬਣ ਗਿਆ। ਉਸ ਦੇ ਵਿੱਚ ਮੇਰਾ ਸਾਰੀ ਇਮੋਸ਼ਨਸ ਜੁੜ ਗਈਆਂ। ਵਿਚਾਰ ਲਿਆ ਮੈਂ, ਮੇਰਾ ਮਨ ਔਰ ਉਹ ਪਿਕਚਰ ਦੇਖ ਰਿਹਾ ਬਰਾਬਰ ਹੋ ਗਈ। ਇਸੇ ਤਰ੍ਹਾਂ ਹੀ ਜਦੋਂ ਅਸੀਂ ਕਿਸੇ ਸ਼ਬਦ ਨਾਲ ਮਨ ਨੂੰ ਵਿਚਾਰੀਏ ਤਾਂ ਸ਼ਬਦ ਕੀ ਕਹਿ ਰਿਹਾ ਹੈ, ਪਹਿਲੇ ਉਹ ਜਾਣਾਂਗੇ। ਫਿਰ ਅਸੀਂ ਸ਼ਬਦ ਦੇ ਹੋਰ ਨੇੜੇ ਜਾਵਾਂਗੇ, ਉਹਦੀ ਹੋਰ ਡੈਪਥ ਨੂੰ ਸਮਝਾਂਗੇ ਕਿ ਇਹ ਤੇ ਹੋਰ ਵੀ ਕੁਝ ਗਹਿਨ ਕਹਿ ਰਿਹਾ ਹੈ। ਇਸਲਾਮ ਵਿੱਚ 7 ਲੈਵਲਸ ਦੱਸੀਆਂ ਹਨ ਥਾਟ ਦੀਆਂ। ਤਾਂ ਜਦੋਂ ਅਸੀਂ ਉਤਰਦੇ ਜਾਵਾਂਗੇ ਤਾਂ ਸਾਨੂੰ ਹੋਰ ਗਹਿਨ ਸ਼ਬਦ ਸਮਝ ਆ ਜਾਏਗਾ। ਜਦ ਮੈਂ ਸ਼ਬਦ ਨੂੰ ਪੂਰੀ ਤਰ੍ਹਾਂ ਵਿਚਾਰਨਾ ਸ਼ੁਰੂ ਕਰ ਦਿਆਂਗਾ ਤਾਂ ਐਸਾ ਨਹੀਂ ਲੱਗਦਾ ਕਿ ਮਨ ਖਤਮ ਹੋ ਜਾਏਗਾ, ਸ਼ਬਦ ਹੀ ਰਹਿ ਜਾਏਗਾ ਬਸ। ਮੇਰੀ ਹੋਰ ਕੋਈ ਥਾਟ ਨਹੀਂ ਰਹਿ ਜਾਏਗੀ। ਜਦ ਮੈਂ ਪੂਰੀ ਤਰ੍ਹਾਂ ਕਿਸੇ ਚੀਜ਼ ਨੂੰ ਸਮਝ ਲਿਆ ਤਾਂ ਮੈਂ ਉਹਦਾ ਹੀ ਰੂਪ ਹੋ ਗਿਆ। ਇਸ ਤਰ੍ਹਾਂ ਬਾਣੀ ਸਾਡਾ ਗੁਰੂ ਬਣ ਜਾਂਦੀ ਹੈ। ਮੇਰੇ ਇਸ ਮਨ ਨੂੰ, ਜਿਹੜਾ ਦੁਨੀਆ ਦਾ ਕੰਡੀਸ਼ਨਡ ਮਾਈਂਡ ਹੈ, ਇਸ 'ਤੇ ਵੀ ਬਾਣੀ ਵਸਣੀ ਸ਼ੁਰੂ ਹੋ ਜਾਂਦੀ ਹੈ। ਹੁਣ ਇਹ ਮਨ ਨੂੰ ਘੜੇਗੀ, ਇਸ ਮਨ ਨੂੰ ਤਿਆਰ ਕਰੇਗੀ। ਕਿਸ ਵਾਸਤੇ ਤਿਆਰ ਕਰੇਗੀ ਮਹਾਰਾਜ? ਜੋ ਬਾਣੀ ਤੋਂ ਸਮਝ ਆਉਂਦਾ ਹੈ। ਘੜੀਏ ਸ਼ਬਦ ਸੱਚੀ ਟਕਸਾਲ।
जिनको कर्म नदन करन तिनकार, जिनको नदर करम तिनकार। जिन्हां नूं नदर है वो मन नूं कड़नगे। कड़ना का की मतलब है? ग्रॉस माइंड ड्रॉप करना है, सूखम करना है मन नूं। क्योंकि गुरु साहब ने सानू समझाया है कि मन की वो अवस्था जिथे सुन है उत्ते होर कुछ भी नहीं है। एक कंडीशनड माइंड बिल्कुल खत्म है। तो धोना है मन नूं, जिवें कपड़े धोंदे हन, जिवें जपजी साहब ने समझाया है। भरिए मत पापा के संग, वो तोपे नामे के रंग। तो इस मन नूं हुण नाम नाल करना है ताकि उस जर्नी लई तैयार हो जाए जिहड़ी सदा लई है। उस जर्नी लई तैयार हो जाए जिथे सदा विकास है। उस धरती लई तैयार हो जाए जिथे मौत नहीं है, डर नहीं है, लॉस नहीं है, केवल जित है। महाराज अज दी बाणी विच साहिब यही समझा रहे हैं। गुरमुख साच शब्द विचार। गुरमुख वो है, महाराज कहते हैं, जो सच्चे दे शब्द नूं विचारदा है, मन विच उहदे विच रंग कर दिंदा है, अपने मन और शब्द दे विच भेद मिटा दिंदा है, दीवार तोड़ दिंदा है। शब्द ही रह जाता है मन विच, होर कुछ नहीं है। जिवें सानू बुजुर्गां ने समझाया, मूल मंत्र का अभ्यास इन्ना कर कि मूल मंत्र ही रह जाए मन विच। इस बाणी विच बहुत कुछ दसिया गुरु ने। त्रिकुटी समझाया की है, ईड़ा पिंगला सुखमना यह भी दसिया है। गुरु कोई डरते नहीं हैं, सारिया गल्लां सामने रख के गल करते हैं। पर सब तो उत्तम गल गुरु की कहता है, नाम दे बिना कुछ नहीं पा सकांगे। जिहड़ी इस पदे विच भी साहिब कह रहे हैं, गुरमुख नानक एको जाने, गुरमुख जोगी जुगत पछाणे, गुरमुख निज घर वासा होए, गुरमुख मन भीजे विरला पूजे कोए, गुरमुख सच बाणी प्रगट होए। सच्चे शब्द नूं विचारना है तो सिख बन जावांगे गुरु दे। और इस नूं महाराज ने इस तरह भी समझाया है कि शब्द दे नगारे बजते हैं मन दे विच। इतना गहन एक्सपीरियंस है शब्द का। एकाग्र मन दे विच तां शक्ति है, यह खिंडी हुई है। असी इस मन नूं कई जगह ते लगाया होया है। अगर उस तो असी एकाग्र कर लईए, उस शक्ति नूं कुछ समय लई अंतर विच ले आईए और शब्द के अभ्यास विच पा दईए, तो गुरु समझाते हैं कि बहुत डीप एक्सपीरियंस शब्द का खुलता है। गुरमुख साच शब्द विचारे कोए, फिर नाल कह देंदे हैं कि कोई करेगा, कोई करेगा, इसनूं सब नहीं करनगे। क्योंकि बाहर मुखी जीवन भी तो चमक दमक रखता है, सानू खिंचता है। फिर की होएगा महाराज, जदों असी शब्द के एक्सपीरियंस विच मन नूं उतार देंगे, इस कंडीशनड माइंड नूं शब्द दे विच रला देंगे, शब्द के मंथन विच उतार देंगे, तो गुरु कह रहे हैं सच बाणी प्रगट होए, गुरमुख सच बाणी प्रगट होए। इस तो थोड़ा जिहा डूंगा भाव है, यह केवल बाणी का इशारा नहीं है, क्योंकि औंकड़ है प्रगट विच। निरंकार बाणी के रूप विच साडे मन विच प्रगट हो जाता है। महाराज कह रहे हैं ब्रह्म ज्ञान, आत्मा के दर्शन, आत्म ज्ञान। गुरमुख सच बाणी प्रगट होए, तो सच की बाणी साडे इस मन विच प्रगट हो जाती है। निरंकार बाणी के रूप में साडे नाल प्रगट हो जाता है। निरंकार नूं मिलन का एक्सपीरियंस गुरु नानक साहब ने बाणी के जरिए रिवील किया है। बाणी गुरु, गुरु है बाणी, विच बाणी अमृत सारे। इस बाणी नूं गुरु साहब ने कहा है कि यह गुप्ती है, यह दिख नहीं रही है, नाम दे अभ्यास विच रिवील होएगी। गुप्ती बाणी प्रगट होए। जब बाणी प्रगट हो जाती है, फिर मन बदल जाता है महाराज।
ਫਿਰ ਮੇਰੇ ਕੋਲ ਇੱਕ ਇਹੋ ਜਿਹੀ ਧਰਤੀ ਆ ਜਾਂਦੀ ਹੈ ਜਿਸ ਨੂੰ ਭਗਤ ਰਵਿਦਾਸ ਨੇ ਬੇਗਮਪੁਰਾ ਕਿਹਾ ਹੈ। ਬਿਨਾਂ ਗਮਾਂ ਦਾ ਇੱਕ ਸ਼ਹਿਰ। ਕੋਈ ਗਮ ਨਹੀਂ ਹੈ। ਕਿਸੇ ਦਿਨ ਉਸ ਸ਼ਬਦ ਨੂੰ ਵਿਚਾਰਨਾ ਬਹੁਤ ਡੂੰਘੇ ਅਰਥ ਹਨ। ਬਿਨਾਂ ਗਮਾਂ ਦਾ ਇੱਕ ਸ਼ਹਿਰ ਜਿੱਥੇ ਨਾ ਦੁੱਖ ਹੈ, ਨਾ ਲੌਸ ਹੈ, ਨਾ ਟੈਕਸ ਹੈ, ਨਾ ਡਰ ਹੈ, ਨਾ ਐਂਗਜ਼ਾਇਟੀ ਹੈ ਔਰ ਸਦਾ ਵਿਕਾਸ ਹੈ। ਭਗਤ ਕਬੀਰ ਨੇ ਇਸ ਨੂੰ ਬੈਕੁੰਠ ਕਿਹਾ ਹੈ। ਗੁਰੂ ਨਾਨਕ ਸਾਹਿਬ ਨੂੰ ਇਸ ਨੂੰ ਸੱਚਖੰਡ ਕਿਹਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਨੰਦਪੁਰ ਕਿਹਾ ਹੈ। ਕ੍ਰਿਸਚੈਨਿਟੀ ਵਿੱਚ ਇਹਨੂੰ ਸੈਲਵੇਸ਼ਨ ਜਾਣਦੇ ਹਾਂ। ਇੱਕ ਆਨੰਦ ਦੀ ਵਰਖਾ ਹੈ ਮਹਾਰਾਜ। ਸ਼ਬਦ ਦੇ ਐਕਸਪੀਰੀਅੰਸ ਵਿੱਚ ਜੋ ਗੁਰੂ ਸਮਝਾ ਰਹੇ ਹਨ ਸਾਨੂੰ। ਗੁਰਮੁਖ ਸੱਚ ਬਾਣੀ ਪ੍ਰਗਟ ਹੋਏ। ਪ੍ਰਗਟ ਔਰ ਅਗਰ ਮੈਂ ਬਹਿੰਦਾ ਰਿਹਾ ਜੀਵਨ ਦੇ ਬਾਹਰਲੇ ਐਕਸਪੀਰੀਅੰਸ ਵਿੱਚ ਬਹਿ ਕੇ ਅੰਦਰ ਦਾ ਐਕਸਪੀਰੀਅੰਸ ਮੈਂ ਨਾ ਰਿਵੀਲ ਕੀਤਾ ਆਪਣੇ ਮਨ ਨੂੰ, ਤਾਂ ਮੈਂ ਬਹਿੰਦਾ ਹੀ ਰਹਾਂਗਾ। ਫਿਰ ਪ੍ਰਗਟ ਨਹੀਂ ਹੋਏਗਾ। ਪੋਟੈਂਸ਼ੀਅਲ ਜਿਹੜਾ ਮਨ ਦਾ ਹੈ ਮੈਂ ਜਾਣ ਨਹੀਂ ਪਾਵਾਂਗਾ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਤੇ ਚਾਨਣ ਸਭ ਮੈਂ ਚਾਨਣ ਹੋਏ। ਸ਼ਕਤੀ ਤਾਂ ਇੱਕੋ ਹੀ ਹੈ ਸਾਰਿਆਂ ਦੇ ਮਨ ਵਿੱਚ। ਗੁਰਸਾਖੀ ਜੋਤ ਪ੍ਰਗਟ ਹੋਏ। ਇਹ ਜੋਤ ਪ੍ਰਗਟ ਕਿਵੇਂ ਹੋਏਗੀ ਮਹਾਰਾਜ? ਗੁਰੂ ਦੇ ਸੰਗ ਰਹਿ ਕੇ, ਸ਼ਬਦ ਦੇ ਨਾਲ ਮਨ ਦੇ ਉਹ ਤੈ ਰਿਵੀਲ ਹੋਏਗੀ। ਗੁਰੂ ਨੂੰ ਗੁਰੂ ਸਾਹਿਬ ਨੇ ਸਰੀਰ ਤੋਂ ਪਰੇ ਪ੍ਰਗਟ ਕਰ ਦਿੱਤਾ ਹੈ ਸਾਨੂੰ। ਅਸੀਂ ਗੁਰੂ ਨੂੰ ਸਿਰਫ ਸਰੀਰ ਜਾਣਦੇ ਹਾਂ, ਫੋਟੋ ਜਾਣ ਲੈਂਦੇ ਹਾਂ। ਉਹ ਗੁਰੂ ਕਹਿੰਦਾ ਹੈ ਕਿ ਗੁਰੂ ਤਾਂ ਸ਼ਬਦ ਹੈ, ਗੁਰੂ ਨਿਰੰਕਾਰ ਹੈ ਔਰ ਸ਼ਬਦ ਦੇ ਵਿੱਚ ਮਨ ਨੂੰ ਧੁਨ ਬਣਾ ਦੇਣੀ। ਮਨ ਵਿੱਚ ਨਿਰੰਕਾਰ ਦਾ ਪ੍ਰਗਟਾਵਾ ਹੈ ਮਨ ਦੇ ਅੰਦਰ। ਤੁਰਿਆ ਅਵਸਥਾ ਕਿਹਾ ਸਾਹਿਬ ਨੇ ਇਸ ਨੂੰ। ਜਾਗਰਤ, ਸੁਪਨ, ਸੁਖੋਪਤ, ਤੁਰਿਆ, ਚੌਥਾ ਪਦ ਕਹਿੰਦੇ ਹਨ ਇਸ ਨੂੰ ਬਾਣੀ ਵਿੱਚ। ਜਿੱਥੇ ਮੈਂ ਨਹੀਂ ਹਾਂ, ਮੈਂ ਨਹੀਂ ਕਿਛ ਹਉ ਨਹੀਂ, ਕਿਛ ਆਹੇ ਨਾ ਮੋਰਾ। ਤਨ ਮਨ ਧਨ ਸਭ ਤਿਸਕਾ, ਨਾ ਮੇਰਾ ਤਨ ਹੈ, ਨਾ ਮੇਰਾ ਇਹ ਵਾਲਾ ਮਨ ਹੈ। ਧਨ ਵੀ ਸਾਰਾ ਉਸ ਦਾ ਹੈ, ਤਾਂ ਹੈ ਕੀ ਫਿਰ? ਕੇਵਲ ਨਿਰੰਕਾਰ ਹੈ, ਉਹਦਾ ਹੁਕਮ ਹੈ। ਹੁਕਮੇ ਆਵੇ, ਹੁਕਮੇ ਜਾਵੇ, ਹੁਕਮੇ ਰਹੇ ਸਮਾਏ। ਮਹਾਰਾਜ ਅੱਗੇ ਚੱਲਦੇ ਹਨ ਫਿਰ। ਗੁਰਮੁਖ ਮਨ ਭੀਜੇ, ਵਿਰਲਾ ਬੂਝੇ ਕੋਏ। ਗੁਰਮੁਖ ਨੇ ਮਨ ਨੂੰ ਭਜਾ ਦਿੱਤਾ ਹੈ ਨਾਮ ਦੇ ਵਿੱਚ। ਮੇਰਾ ਮਨ ਇੰਨਾ ਰੰਗਿਆ ਗਿਆ ਹੈ ਕਿ ਉਸ ਤੇ ਨਾਮ ਦਾ ਰੰਗ ਚੜ ਗਿਆ ਹੈ। ਹੁਣ ਦੁਨੀਆ ਦਾ ਰੰਗ ਉਸ ਤੇ ਅਸਰ ਨਹੀਂ ਕਰਦਾ। ਹੁਣ ਦੁਨੀਆ ਦਾ ਬਾਹਰ ਦਾ ਸ਼ੋਰ, ਬਾਹਰ ਦੀ ਚਮਕ ਦਮਕ ਸਭ ਕੁਝ ਹੈ, ਪਰ ਅਸਰ ਨਹੀਂ ਕਰਦੀ ਹੁਣ। ਜੈਸੇ ਜਲ में कमल निरालम, मुर्गाई नैसाणे। सुरत शब्द भवसागर तरिए, नानक नाम बखाणे। ਜਿਵੇਂ ਜਲ ਵਿੱਚ ਕਮਲ ਰਹਿੰਦਾ ਹੈ, ਇੱਕ ਪੰਛੀ ਪਾਣੀ ਦੇ ਵਿੱਚ ਤਰਦਾ ਹੈ, ਉਹਦੇ ਰਹਿੰਦੇ ਹੋਏ ਵੀ ਉਸ ਤੋਂ ਨਿਰਲੇਪ ਹੈ। ਇਸ ਤਰ੍ਹਾਂ ਸ਼ਬਦ ਔਰ ਸੁਰਤ ਵਿੱਚ ਮਿਲਾ ਕੇ ਸਿੱਖ ਜੀਵਨ ਵਿੱਚ ਰਹਿੰਦਾ ਹੋਇਆ ਵੀ ਜੀਵਨ ਤੋਂ ਆਜ਼ਾਦ ਹੈ। ਇਹ ਸਿੱਖ ਦੀ ਪਦਵੀ ਹੈ। ਮੈਂ ਤਾਂ ਸਿੱਖ ਵੀ ਨਹੀਂ ਬਣ ਪਾ ਰਿਹਾ ਮਹਾਰਾਜ। ਸ਼ਾਇਦ ਕਈ ਸਮਾਂ ਗੁਰੂ ਦੇ ਧਿਆਨ ਵਿੱਚ, ਗੁਰੂ ਦੇ ਸ਼ਬਦ ਵਿੱਚ ਆਪਣੇ ਮਨ ਨੂੰ ਧੋਂਦਾ ਰਵਾਂਗਾ ਤਾਂ ਮੇਰਾ ਮਨ ਸ਼ੁੱਧ ਹੋਣਾ ਸ਼ੁਰੂ ਹੋਏਗਾ। ਗੁਰੂ ਨੂੰ ਮੈਂ ਫਿਰ ਜਾਣ ਪਾਵਾਂਗਾ। ਮੈਂ ਆਪ ਨਾਲ ਇੱਕ ਗੱਲ ਬੜੀ ਸ਼ੇਅਰ ਕਰਦਾ ਹਾਂ। ਜਿਨ੍ਹਾਂ ਬਜ਼ੁਰਗਾਂ ਨਾਲ ਮੈਂ ਰਿਹਾ, ਉਹਨਾਂ ਦਾ ਜੀਵਨ ਗੁਰਮੁਖ ਜੀਵਨ ਸੀ। ਅਭਿਆਸ ਬੜਾ ਗਹਿਨ ਸੀ। ਇੱਕ ਗੱਲ ਜੋ ਉਹਨਾਂ ਨੇ ਮੇਰੇ ਨਾਲ ਕਈ ਵਾਰ ਸ਼ੇਅਰ ਕੀਤੀ,
ਕਿ ਗੁਰੂ ਆ ਜਾਂਦੇ ਹਨ। ਹੁਣ ਇਹ ਤਾਂ ਉਹਨਾਂ ਦਾ ਕਹਿਣਾ ਹੈ, ਪਰ ਰਾਤ ਦੇ ਹਨੇਰੇ ਵਿੱਚ 3 ਵਜੇ ਜਦੋਂ ਅਭਿਆਸ ਕਰਨ ਨੂੰ ਬੈਠਦੇ ਸੀ ਤਾਂ ਮਨ ਵੀ ਬੜੀ ਉਡਾਰੀ ਵਿੱਚ ਰਹਿੰਦਾ ਸੀ, ਇਕਾਗਰਤਾ ਵਿੱਚ। 10ਵੇਂ ਪਾਤਸ਼ਾਹ ਨਾਲ ਉਹਨਾਂ ਦਾ ਬੜਾ ਪਿਆਰ ਸੀ, ਵੈਰਾਗ ਵੀ ਬੜਾ ਸੀ। ਇੱਕ ਦਿਨ ਉਹਨਾਂ ਨੇ ਮੈਨੂੰ ਮਨਾ ਕਰ ਦਿੱਤਾ, ਤੂੰ ਰਾਤ ਦੇ ਸਮੇਂ ਵਿੱਚ ਸਾਹਿਬ ਦਾ ਨਾਂ ਨਾ ਲਿਆ ਕਰ, ਨਹੀਂ ਤਾਂ ਰਾਤ ਸਾਰੀ ਅਥਰੂ ਹੀ ਵਹਿੰਦੇ ਰਹਿੰਦੇ ਹਨ। ਇਤਨਾ ਵੈਰਾਗ ਸੀ ਉਹਨਾਂ ਦਾ। ਕੁਝ ਖੇਡ ਹੋਣੀ ਹੈ, ਮੈਨੂੰ ਤਾਂ ਗਿਆਨ ਨਹੀਂ ਹੈ, ਪਰ ਇਸਨੇ ਇਸ ਗੱਲ ਦਾ ਮੈਨੂੰ ਭਰੋਸਾ ਦਿਲਾ ਦਿੱਤਾ ਕਿ ਗੁਰੂ ਕਿਧਰੇ ਗਏ ਨਹੀਂ ਹਨ। ਸਿੱਖ ਦੀ ਆਰਾਧਨਾ ਵਿੱਚ ਗੁਰੂ ਹਾਜ਼ਰ ਹੋ ਜਾਂਦੇ ਹਨ। ਮੇਰਾ ਖਿਆਲ ਇਹ ਗੱਲ ਕਿਸੇ ਵੀ ਜਿਗਿਆਸੂ ਵਾਸਤੇ ਜਾਣਨੀ ਜ਼ਰੂਰੀ ਹੈ। ਔਰ ਕਿਉਂਕਿ ਥੋੜ੍ਹਾ ਜਿਹਾ ਪਰਸਨਲ ਐਕਸਪੀਰੀਅੰਸ ਹੈ, ਮੈਨੂੰ ਤਾਂ ਐਕਸਪੀਰੀਅੰਸ ਨਹੀਂ ਹੈ, ਪਰ ਮੇਰੇ ਨੇੜੇ ਤੋਂ ਐਕਸਪੀਰੀਅੰਸ ਹੈ ਇੱਕ ਗੁਰਮੁਖ ਦੇ ਜੀਵਨ ਦਾ, ਤਾਂ ਮੈਂ ਆਪ ਨਾਲ ਸ਼ੇਅਰ ਕਰਦਾ ਹਾਂ। ਗੁਰੂ ਦੇ ਬਚਨ ਸੱਤ ਦੀ ਕਸੌਟੀ ਵਿੱਚ ਸੱਚ ਹੀ ਹਨ, ਕਿਉਂਕਿ ਗੁਰੂ ਸੱਤ ਆਕਾਰ ਵਿੱਚ ਹੈ, ਸੱਤ ਰੂਪ ਵਿੱਚ ਹੈ। ਇੱਕ ਗੱਲ ਉਹਨਾਂ ਨੇ ਹੋਰ ਵੀ ਕੀਤੀ, ਉਹ ਕਹਿੰਦੇ ਸਨ ਗੁਰੂ ਮਹਾਰਾਜ ਦਾ ਬਹੁਤ ਅਪਾਰ ਦਿਲ ਹੈ, ਸਿੱਖਾਂ ਨੂੰ ਇਤਨੀਆਂ ਭੁੱਲਾਂ ਵੀ ਬਖਸ਼ ਦਿੱਤੀਆਂ ਜਿਹੜੀ ਉਹਨਾਂ ਦੀ ਪਰਸਨਲ ਕਾਸਟ 'ਤੇ ਚਾਹੀਆਂ। ਇਸ ਗੱਲ ਨੂੰ ਪੂਰੀ ਤਰ੍ਹਾਂ ਮੈਂ ਨਹੀਂ ਵਿਚਾਰਿਆ, ਪਰ ਹਿਸਟਰੀ ਦੀ ਗੱਲ ਵੀ ਕਰਦੇ ਸਨ ਨਾਲ। ਅਨੰਦਪੁਰ ਦੀ ਕਥਾ, ਸਾਹਿਬਜ਼ਾਦਿਆਂ ਦੀ ਸ਼ਹੀਦੀ, ਦਰਦਨਾਕ ਗੱਲਾਂ ਨੇ ਬੜੀਆਂ। ਬਹੁਤ ਹਨੇਰੀ ਰਾਤ ਹੈ ਉਹ, ਜਿੱਥੇ ਇੱਕ ਪਿਤਾ ਦੇ 2 ਨਿੱਕੇ ਬਾਲ, ਗੱਲ ਵੀ ਨਹੀਂ ਕਰਨੀ ਚਾਹੀਦੀ, ਪਰ ਉਹ ਗੁਰੂ ਕਹਿ ਕੀ ਰਿਹਾ ਹੈ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਹਕ ਨਿਵਾਸਾਂ ਤੇ ਰਹਿਣਾ। ਇਹੋ ਜਿਹਾ ਗੁਰੂ ਹੈ ਸਾਡਾ। ਇਸ ਸ਼ਬਦ ਨੂੰ ਮੈਂ ਕਦੇ ਵੀ ਨਹੀਂ ਕਹਿਣਾ ਚਾਹੁੰਦਾ, ਗਾਣਾ ਨਹੀਂ ਚਾਹੁੰਦਾ, ਕਿਉਂਕਿ ਇਹਦੀ ਡਾਇਮੈਂਸ਼ਨ ਬਹੁਤ ਹੀ ਗਹਿਨ ਹੈ। ਮੈਨੂੰ ਨਹੀਂ ਲੱਗਦਾ ਕਿ ਇਸ ਸ਼ਬਦ ਨੂੰ ਅਸੀਂ ਕਦੇ ਵੀ ਜਾਣ ਸਕਦੇ ਹਾਂ। ਗੁਰੂ ਦੀ ਇਸ ਅਵਸਥਾ ਨੂੰ ਅਸੀਂ ਕਦੇ ਨਹੀਂ ਪਹਿਚਾਣ ਸਕਦੇ, ਪਰ ਕੁਝ ਨਿਸ਼ਾਨੀਆਂ ਹਨ, ਕੁਝ ਲੱਛਣ ਹਨ। ਗੁਰੂ ਨੂੰ ਸਮਝਣ ਦਾ ਇੱਕ ਯਤਨ ਹੈ। ਇਹ ਗੱਲ ਉਹ ਬਾਰ-ਬਾਰ ਕਹਿੰਦੇ ਸਨ ਕਿ ਗੁਰੂ ਵਿੱਚ ਪ੍ਰੇਮ ਬੜਾ ਹੈ, ਅਥਾਹ ਪ੍ਰੇਮ ਹੈ। ਕੱਲ੍ਹ ਵੀਰ ਨੇ ਇੱਕ ਪ੍ਰਸ਼ਨ ਪੁੱਛਿਆ, ਕਿਵੇਂ ਮੈਂ ਜੀਵਨ ਨੂੰ ਬਦਲ ਦਿਆਂਗਾ। ਮੈਨੂੰ ਲੱਗਦਾ ਹੈ ਇਸ ਚੀਜ਼ ਨੂੰ ਅਸੀਂ ਸਾਹਮਣੇ ਰੱਖ ਕੇ ਚੱਲੀਏ ਤਾਂ ਜੀਵਨ ਦੀ ਇੱਕ ਨਿਸ਼ਾਨ ਬਣ ਜਾਏਗਾ ਕਿ ਗੁਰੂ ਨਾਲ ਹੈ, ਗੁਰੂ ਕਿਧਰੇ ਗਿਆ ਨਹੀਂ ਹੈ। ਔਰ ਸੱਚ ਦੇ ਵਪਾਰੀ ਨੂੰ ਗੁਰੂ ਅਥਾਹ ਪ੍ਰੇਮ ਕਰਦਾ ਹੈ। ਮਨ ਨੂੰ ਭਿਜਾ ਦਈਏ ਗੁਰੂ ਦੇ ਸ਼ਬਦ ਵਿੱਚ ਤਾਂ ਬਾਕੀ ਸਭ ਕੁਝ ਸੁਲਝ ਜਾਏਗਾ। ਜੀਵਨ ਵਿੱਚ ਬਣਦਾ ਕੀ ਹੈ ਜੋ ਵਿਗੜੇਗਾ। ਜਿਹੜੀ ਚੀਜ਼ ਮੇਰੇ ਤੋਂ ਕੋਈ ਲੈ ਸਕਦਾ ਹੈ ਉਹ ਮੇਰੇ ਕੋਲ ਹੈ ਹੀ ਨਹੀਂ। ਰਾਜਾ ਤੇ ਉਹ ਹੈ ਜਿਹੜੀ ਆਪਣੀ ਵਸਤੂ ਸਦਾ ਲਈ ਰੱਖ ਸਕਦਾ ਹੈ। ਗੁਰਮੁਖ ਨਿਜ ਘਰ ਵਾਸਾ ਹੋਏ, ਇਹ ਸ਼ਬਦ ਪਹਿਲੇ ਵੀ ਇਸ ਬਾਣੀ ਵਿੱਚ ਆਇਆ ਹੈ। ਸਹਿਜ ਅਵਸਥਾ ਦੀ ਗੱਲ ਚੱਲ ਰਹੀ ਹੈ। ਨਿਜ ਘਰ, ਮੇਰਾ ਘਰ, ਉਹ ਘਰ ਜਿਹੜਾ ਸਦਾ ਲਈ ਹੈ, ਉਹ ਘਰ ਜਿੱਥੇ ਸਦਾ ਵਿਕਾਸ ਹੈ, ਉਹ ਘਰ ਜਿੱਥੇ ਮੇਰਾ ਕੰਡੀਸ਼ਨਡ ਮਾਈਂਡ ਨਹੀਂ ਹੈ, ਉਹ ਘਰ ਜਿੱਥੇ ਚੇਂਜ ਨਹੀਂ ਹੈ, ਉਹ ਘਰ ਜਿੱਥੇ ਆਨੰਦ ਦੀ ਵਰਖਾ ਹੈ। ਮੂੰਦ ਲੀਏ ਦਰਵਾਜ਼ੇ, ਬਾਜੀਲੇ ਅਨਹਦ ਬਾਜੇ, ਅਨਹਦ ਬਾਜੇ ਵੱਜਦੇ ਹਨ, ਕਹਿ ਰਹੇ ਹਨ। ਆਸਮਾਨ ਮਿਆਨੇ ਲਹਿੰਗ ਦਰਿਆ, ਗੁਸਲ ਕਰਦਨ ਬੂਦ। ਪਾਰਸੀ ਦੇ ਸ਼ਬਦ ਹਨ ਇਹਦੇ 'ਚ। ਗੁਸਲ ਕਰਦਨ ਬੂਦ, ਆਸਮਾਨ ਮਿਆਨੇ,
ਦਸਮ ਦਵਾਰ ਦੇ ਉਸ ਸਥਾਨ ਨਾਲ ਇਸ਼ਨਾਨ ਕਰ ਲੈ ਆਪਣੇ ਆਪ ਨੂੰ। ਨਦੀ ਬਹਿ ਰਹੀ ਹੈ, ਆਨੰਦ ਦੀ ਨਦੀ ਬਹਿ ਰਹੀ ਹੈ। ਆਸਮਾਨ ਮਿਆਨੇ ਲਹਿੰਗ ਦਰਿਆ, ਇੱਕ ਦਰਿਆ ਬਹਿ ਰਿਹਾ ਹੈ ਆਨੰਦ ਦਾ। ਗੁਸਲ ਕਰਦਨ ਬੂਤ, ਉਹਦੇ ਵਿੱਚ ਇਸ਼ਨਾਨ ਕਰ ਲੈ। ਭਗਤ ਕਬੀਰ ਦਾ ਸ਼ਬਦ ਹੈ। ਜਿਨ੍ਹਾਂ ਨੇ ਜਾਣਿਆ ਉਹਨਾਂ ਨੇ ਤਾਂ ਪੂਰਾ ਇੱਕੋ ਹੀ ਜਾਣਿਆ। ਇਹ ਮੇਰੇ ਜੀਵਨ ਦਾ ਪੋਟੈਂਸ਼ੀਅਲ ਹੈ। ਮੈਂ ਵੀ ਉਸ ਦਸਮ ਦੁਆਰ ਨੂੰ ਖੋਲ੍ਹ ਸਕਦਾ ਹਾਂ ਔਰ ਗੁਰੂ ਮੇਰੇ ਨਾਲ ਹੈ, ਕਿਧਰੇ ਗਿਆ ਨਹੀਂ ਹੈ। ਸੱਚ ਦੇ ਵਪਾਰੀ ਬਣਨਾ ਹੈ, ਝੂਠ ਨੂੰ ਤਿਆਗਣ ਦੀ ਸ਼ਕਤੀ ਰੱਖਣੀ ਹੈ। ਇਹ ਲਾਈਫ ਚੇਂਜਿੰਗ ਥਾਟਸ ਹਨ। ਪ੍ਰੇਮ ਵਿੱਚ ਬਾਣੀ ਪੜ੍ਹਨੀ ਹੈ, ਸਾਰਾ ਜੀਵਨ ਬਦਲ ਜਾਂਦਾ ਹੈ। ਦਰਅਸਲ ਤਾਂ ਇੱਥੇ ਹੀ ਸਭ ਕੁਝ ਹੈ। ਗਾਵੀਏ ਸੁਣੀਏ, ਮਨ ਰੱਖੀਏ ਪਾਓ। ਮਨ ਦੇ ਵਿੱਚ ਪ੍ਰੇਮ ਆ ਜਾਏ ਔਰ ਗਾਈਏ ਔਰ ਸੁਣੀਏ ਤਾਂ ਮਨ ਪੂਰਾ ਬਦਲ ਜਾਂਦਾ ਹੈ। ਮਨ ਹੀ ਬਹਿ ਜਾਂਦਾ ਹੈ ਮਹਾਰਾਜ, ਉਨਮਨ ਆ ਜਾਂਦਾ ਹੈ ਸਾਹਮਣੇ। ਇੱਕ ਮਸਤ ਆਦਮੀ ਹੈ, ਸ਼ਬਦ ਦੇ ਵਿੱਚ ਡੁੱਬ ਗਿਆ ਹੈ, ਆਪਣੇ ਆਪ ਤੋਂ ਪਰੇ ਇੱਕ ਹੋਰ ਜੀਵਨ ਪਾ ਲਿਆ ਹੈ। ਗੁਰਮੁਖ ਨਿਜ ਘਰ ਵਾਸਾ ਹੋਏ, ਉਸ ਘਰ ਦੇ ਵਿੱਚ ਜਿਹੜਾ ਸਦਾ ਲਈ ਹੈ, ਗੁਰਮੁਖ ਉੱਥੇ ਵਸਦਾ ਹੈ। ਮੌਤ ਉਹਦਾ ਕੁਝ ਨਹੀਂ ਵਿਗਾੜ ਸਕਦੀ। ਇਹ ਪੋਟੈਂਸ਼ੀਅਲ ਹੈ, ਮੇਰਾ ਪੋਟੈਂਸ਼ੀਅਲ ਹੈ, ਆਪ ਦਾ ਪੋਟੈਂਸ਼ੀਅਲ ਹੈ, ਸਭ ਦਾ ਪੋਟੈਂਸ਼ੀਅਲ ਹੈ। ਬਸ ਦੇਖਣ ਦਾ ਨਜ਼ਰੀਆ ਬਦਲਣਾ ਹੈ। ਟਾਰਗੇਟਸ ਬਦਲਨੇ हैं जीवन ਦੇ। ਫਿਰ ਕੀ ਹੋਏਗਾ ਮਹਾਰਾਜ? ਗੁਰੂ ਸਾਹਿਬ ਫਿਰ ਸਮਝਾ ਰਹੇ ਹਨ ਕਿ ਜੋਗ ਕੀ ਹੈ? ਜੁੜਨਾ। ਜੋਗੀ ਉਹ ਹੈ ਜੋ ਜੁੜ ਗਿਆ। ਗੁਰਮੁਖ ਜੋਗੀ ਜੁਗਤ ਪਛਾਣੇ। ਜੁਗਤ ਕੀ ਹੈ? ਜੋਗ ਦੀ ਜੁਗਤ ਕੀ ਹੈ? गुरु ने समझाया है जोग दी जुगत की है। अंजन माहे निरंजन रहिए, अंजन माहे निरंजन रहिए। इव पाइए जोग जुगत इव पाइए, अंजन माहे निरंजन रहिए। जोग जुगत इव पाइए। ਇੱਥੇ ਰਹਿੰਦੇ ਹੋਏ ਧਿਆਨ ਸ਼ਬਦ ਦੇ ਵਿੱਚ ਰਹੇ। ਇਹੀ ਸਮਝਾ ਰਹੇ ਹਨ। ਅੰਜਨ ਮਾਹੇ ਨਿਰੰਜਨ ਰਹੀਏ। ਜੀਵਨ ਵਿੱਚ ਰਹਿੰਦੇ ਹੋਏ ਬਿਨਾਂ ਜੀਵਨ ਤੋਂ ਨਿਰਲੇਪ ਰਹੀਏ। ਕਿਵੇਂ ਹੋ ਸਕਦਾ ਹੈ? ਜਦੋਂ ਅਸੀਂ ਸ਼ਬਦ ਦੇ ਵਿੱਚ ਲੀਨ ਰਹਿੰਦੇ ਹਾਂ। ਜੋਗ ਜੁਗਤ ਇਵ ਪਾਈਏ। ਜੁੜਨ ਦੀ ਜੁਗਤ ਇਹ ਹੈ। ਬਾਣੀ ਸਾਨੂੰ ਸਮਝਾਉਂਦੀ ਹੈ ਔਰ ਇਹ ਫਿਰ ਸਾਨੂੰ ਇਹ ਵੀ ਦੱਸਦੇ ਹਨ ਮਹਾਰਾਜ ਕਿ ਜੀਵਨ ਦੇ ਵਿੱਚ ਜਿੰਦੇ ਹੋਏ ਜੁਗਤ ਨਾਲ ਕੰਮ ਕਰਨਾ ਹੈ। ਇੱਕ ਮੈਥਡ ਵਰਤਣਾ ਹੈ ਸ਼ਬਦ ਔਰ ਸੁਰਤ ਦਾ। ਅਸੀਂ ਬਾਅਦ ਦਫਾ ਇਹ ਸੋਚ ਲੈਂਦੇ ਹਾਂ ਸਾਡਾ ਤੇ ਕੁਝ ਨਹੀਂ ਵਿਗੜੇਗਾ, ਪਰ ਅਗਰ ਅਪਰੋਚ ਜੀਵਨ ਦੀ ਗਲਤ ਹੈ ਤਾਂ ਹੁਕਮ ਦੇ ਵਿੱਚ ਹੁਕਮ ਵਰਤੇਗਾ। ਅਖੀਰ ਗੁਰੂ ਨਾਨਕ ਸਾਹਿਬ ਸਾਨੂੰ ਏਕਾ ਦੇ ਨਾਲ ਜੋੜ ਦਿੰਦੇ ਹਨ। ਗੁਰਮੁਖ ਨਾਨਕ ਏਕੋ ਜਾਣੇ। ਗੁਰੂ ਸਾਹਿਬ ਕਹਿੰਦੇ ਹਨ ਕਿ ਉਹ ਇੱਕ ਨੂੰ ਜਾਣ ਲੈਂਦਾ ਹੈ। ਉਸ ਇੱਕ ਤੋਂ ਅਨੇਕ ਹੈ। ਜੀਵਨ ਦੇ ਜੜ ਨੂੰ ਜਾਣ ਲੈਂਦਾ ਹੈ। ਸਾਰੇ ਜੀਵਨ ਨਾਲ ਜੁੜ ਜਾਂਦਾ ਹੈ। ਕਿਸੇ ਤੋਂ ਵੀ ਟੁੱਟਿਆ ਨਹੀਂ ਹੈ। ਫਿਰ ਇਨਫਾਈਨਾਈਟ ਡਾਇਮੈਂਸ਼ਨਸ ਦੀ ਗੱਲ ਹੋ ਰਹੀ ਹੈ। ਹਰ ਇੱਕ ਨਾਲ ਜੁੜ ਗਿਆ ਹੈ। ਇੱਕ ਮਨ ਨਾਲ ਜੁੜ ਗਿਆ ਹੈ। ਗੁਰਮੁਖ ਨਾਨਕ ਏਕੋ ਜਾਣੇ। ਬੜਾ ਮੁਸ਼ਕਿਲ ਸਮੇਂ ਤੋਂ ਅਸੀਂ ਸਾਰੇ ਨਿਕਲ ਰਹੇ ਹਾਂ, ਪਰ ਇਹ ਜਗਣ ਦਾ ਸਮਾਂ ਵੀ ਹੈ। ਦੇਖੀਏ ਜੀਵਨ ਕੀ ਹੈ। ਜੀਵਨ ਕਿਤਨਾ ਅਨਸਰਟਨ ਹੈ। ਅਸੀਂ ਕਿਤਨਾ ਸਰਟਨ ਸਮਝ ਕੇ ਜੀਂਦੇ ਹਾਂ। ਅਰਦਾਸ ਕਰੀਏ ਗੁਰੂ ਠੰਡ ਪਾਏ। ਅੱਜ ਦੀ ਬਾਣੀ ਦੀ ਵਿਚਾਰ ਇਤਨੀ ਆਪ ਪ੍ਰਵਾਨ ਕਰਨਾ। ਮੈਂ ਅਨੇਕਾਂ ਹੀ ਗਲਤੀਆਂ ਕਰਦਾ ਹਾਂ। ਜ਼ਰੂਰ ਸੁਧਾਰਨਾ। ਆਪ ਕੁਝ ਕਹਿਣਾ ਚਾਹੋ, ਕੁਝ ਦੱਸਣਾ ਚਾਹੋ
ਸੰਗਤ ਨੂੰ ਪੁੱਛਣਾ ਚਾਹੋ ਤਾਂ ਜੀ ਆਇਆਂ ਨੂੰ। ਸੰਕੋਚ ਨਾ ਕਰਨਾ, ਜੋ ਆਪਦੇ ਮਨ ਵਿੱਚ ਆਏ ਜ਼ਰੂਰ ਸ਼ੇਅਰ ਕਰਨਾ। ਅੱਜ ਦੀ ਬਾਣੀ ਦੀ ਵਿਚਾਰ ਪ੍ਰਵਾਨ ਕਰਨਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।